ਅਨਕਾਏ ਰਤੜਿਆ ਵਾਟ ਦੁਹੇਲੀ ਰਾਮ ਪਾਪ ਕਮਾਵੰਦਿਆ ਤੇਰਾ ਕੋਏ ਨਾ ਬੇਲੀ ਰਾਮ ਕੋਏ ਨਾ ਬੇਲੀ ਹੋਵੇ ਤੇਰਾ ਸਦਾ ਪਛੋਤਾਵਹਿ ਗੁਣ ਗੋਪਾਲ ਨਾ ਜਪਹਿ ਰਸਨਾ ਫਿਰ ਕਦਹੋਂ ਸੇ ਦੇਹ ਆਵੈ ਤਰਵਰ ਵੈਸ਼ੁਨੇ ਨਹਿ ਪਾਤ ਜੁੜਤੇ ਜਮ ਮਾਗ ਗੌਣ ਅਕੇਲੀ ਬਿਨਵੰਤ ਨਾਨਕ ਬਿਨ ਨਾਮ ਹਰਿ ਕੇ ਸਦਾ ਫਿਰਤ ਦੁਹੇਲੀ ਤਰਵਰ ਵੈਸ਼ੁਨੇ ਨਹਿ ਪਾਤ ਜੁੜਤੇ ਜਮ ਮਗ ਗੌਣ ਅਕੇਲੀ ਬਿਨਵੰਤ ਨਾਨਕ ਬਿਨ ਨਾਮ ਹਰਿ ਕੇ ਸਦਾ ਫਿਰਤ ਦੁਹੇਲੀ ਸੁਕਹੁ ਟਲ ਗੁਰ ਸੇਵੀਐ ਅਹਨਿਸ ਸਹਜ ਸੁਭਾਏ ਦਰਸ਼ਨ ਪਰਸੈ ਜਨਮ ਮਰਨ ਦੁਖ ਹੋਵੈ ਸਿਫਤ ਸੰਬੰਧੀ ਨੂਰ ਅਰਸੋਂ ਕੁਰਸੋਂ ਝਟੀ ਤੁਧ ਡਿਠੇ ਸੱਚੇ ਪਾਤਸ਼ਾਹ ਮਲ ਜਨਮ ਜਨਮ ਦੀ ਤੁਧ ਡਿਠੇ ਸੱਚੇ ਪਾਤਸ਼ਾਹ ਮਲ ਜਨਮ ਜਨਮ ਦੀ ਕਟਿਐ ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਰਾਗ ਸੁਹੀ ਛੰਤ ਮਹਲਾ ਪਹਿਲਾ। ਘਰ ਪਹਿਲਾ। ਇੱਕ ਓੰਕਾਰ ਸਤਿਗੁਰ ਪ੍ਰਸਾਦ। ਭਰ ਜੋਬਨ ਮੈਂ ਮਤ ਪਹਿੜੇ ਘਰ ਪਹੁਣੀ ਬਲਰਾਮ ਜੀਓ। ਮੈਲੀ ਅਵਗਣ ਚਿੱਤ ਬਿਨ ਗੁਰ ਗੁਣ ਨਾ ਸਮਾਵਣੀ ਬਲਰਾਮ ਜੀਓ। ਗੁਣ ਸਾਰ ਨ ਜਾਣੀ ਭਰਮ ਭੁਲਾਣੀ ਜੋਬਨ ਬਾਦ ਗਵਾਇਆ। ਵਾਰ ਕਰ ਦਰ ਦਰਸ਼ਨ ਨਹੀਂ ਜਾਤਾ ਫਿਰ ਕਾ ਸਹਿਜ ਨਾ ਪਾਇਆ। ਸਤਿਗੁਰ ਪੂਛ ਨਾ ਮਾਰਗ ਚਾਲੀ ਸੂਤੀ ਰਹਿਣ ਵਿਹਾਣੀ। ਨਾਨਕ ਬਾਲ ਧਨ ਰਾਂਡੇ ਪਾ ਬਿਨ ਫਿਰ ਧਨ ਕੁਮਲਾਣੀ। ਪਰ ਜੋਬਨ ਮੈਂ ਮਤ ਪੇੜੇ ਘਰ ਪਹੁਣੀ ਬਲਰਾਮ ਜੀਓ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਤਿਗੁਰਾਂ ਦੀ ਸਾਜੀ ਨਵਾਜੀ ਗੁਰੂ ਕੀ ਸੰਗਤ। ਸਤਿਗੁਰੂ ਜੀਆਂ ਨੇ ਅੰਮ੍ਰਿਤ ਵੇਲੇ ਇਹ ਸਤ ਸੰਗਤ ਦਾ ਸਮਾਂ ਬਖਸ਼ਿਸ਼ ਕੀਤਾ ਹੈ। ਗੁਰਬਾਣੀ ਅੰਮ੍ਰਿਤ ਵੇਲੇ ਤੋਂ ਆਪਾਂ ਸਰਵਣ ਕਰ ਰਹੇ ਹਾਂ।
ਸਤਿਗੁਰਾਂ ਨੇ ਕੀਰਤਨ ਦੀਆਂ ਦਾਤਾਂ, ਨਿਤਨੇਮ ਦੀਆਂ ਦਾਤਾਂ ਤਰੁੱਠ ਕੇ ਸਾਨੂੰ ਅੰਮ੍ਰਿਤ ਵੇਲੇ ਬਖਸ਼ਿਸ਼ ਕੀਤੀਆਂ। ਇਸ ਵੇਲੇ ਗੁਰਬਾਣੀ ਦੀ ਵਿਚਾਰ, ਸ਼ਬਦ ਦੀ ਵਿਚਾਰ ਸਰਵਨ ਕਰਨ ਵਾਸਤੇ ਗੁਰੂ ਦਰਬਾਰ ਵਿੱਚ ਇਕੱਤਰਤ ਹੋਏ ਹਾਂ। ਆਓ ਆਪਣੇ ਮਨ ਦੇ ਧਿਆਨ ਨੂੰ ਟਿਕਾਈਏ, ਬੜੀ ਭਾਵਨਾ ਦੇ ਨਾਲ, ਸ਼ਰਧਾ ਦੇ ਨਾਲ ਸਤਿਗੁਰਾਂ ਦੇ ਅਗੰਮੀ ਬਚਨ ਸਰਵਨ ਕਰੀਏ। ਮਿਲ ਕੇ ਆਖੀਏ ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਰਾਗ ਸੂਹੀ ਛੰਤ ਮਹਲਾ ਪਹਿਲਾ, ਘਰ ਪਹਿਲਾ। ਸੂਹੀ ਰਾਗ ਦਾ ਇਹ ਸ਼ਬਦ ਹੈ। ਪਹਿਲੇ ਪਾਤਸ਼ਾਹ ਗੁਰੂ ਨਾਨਕ ਦੇਵ ਮਹਾਰਾਜ ਜੀਆਂ ਨੇ ਇਹ ਸ਼ਬਦ ਉਚਾਰਿਆ ਹੈ। ਸ਼ੰਤ ਬਾਣੀ ਦਾ ਨਾਮ ਹੈ। ਸ਼ੰਤ ਨਾਮ ਦੀ ਬਾਣੀ ਮਹਾਰਾਜ ਬਖਸ਼ਿਸ਼ ਕਰ ਰਹੇ ਨੇ। ਸ਼ੰਤ ਨਾਮ ਜਸ ਦਾ ਵੀ ਹੈ। ਜਸ ਰੂਪੀ ਇਹ ਸ਼ਬਦ ਪ੍ਰਾਪਤ ਹੋ ਰਹੇ ਨੇ। ਪਹਿਲੇ ਘਰ ਦੇ ਅੰਦਰ ਜਿਸ ਦਾ ਹੈ ਰਾਗ ਪੜ੍ਹਿਆ ਜਾਂਦਾ ਹੈ, ਪਹਿਲੇ ਘਰ ਦੇ ਅੰਦਰ ਇਸ ਰਾਗ ਨੂੰ ਗਾਉਣ ਦਾ ਹੁਕਮ ਹੈ। ਗੁਰੂ ਨਾਨਕ ਦੇਵ ਮਹਾਰਾਜ ਜੀ ਸੂਹੀ ਰਾਗ ਦੇ ਵਿੱਚ ਇਹ ਪਾਵਨ ਪਵਿੱਤਰ ਉਪਦੇਸ਼ ਬਖਸ਼ਦੇ ਹਨ। ਇੱਕ ਓੰਕਾਰ ਸਤਿਗੁਰ ਪ੍ਰਸਾਦ। ਮੰਗਲਾਚਰਨ ਬਖਸ਼ਿਸ਼ ਕਰਦੇ। ਓੰਕਾਰ ਪਰਮਾਤਮਾ ਨਿਰੰਕਾਰ ਇੱਕ ਹੈ। ਉਸ ਇੱਕ ਦੀ ਜਿਹੜੀ ਪ੍ਰਾਪਤੀ ਹੈ ਸਤਿਗੁਰ ਪ੍ਰਸਾਦ, ਗੁਰੂ ਦੀ ਕਿਰਪਾ ਨਾਲ ਹੁੰਦੀ ਹੈ। ਉਹ ਜੋ ਇੱਕ ਪਰਮਾਤਮਾ ਹੈ ਉਹ ਗੁਰੂ ਕਿਰਪਾ ਨਾਲ, ਜੇ ਗੁਰੂ ਬਖਸ਼ਿਸ਼ ਕਰੇ, ਪ੍ਰਸੰਨਤਾ ਕਰੇ, ਤਾਂ ਉਹ ਸਿੱਖ ਦੀ ਪ੍ਰਾਪਤੀ ਹੈ। ਭਾਰ ਜੋਬਨ ਮੈਂ ਮਤ ਭੀੜੇ ਘਰ ਪਾਉਣੀ ਬਲਰਾਮ ਜੀਓ। ਸਤਿਗੁਰੂ ਬਖਸ਼ਿਸ਼ ਕਰਦੇ, ਕਹਿਣ ਲੱਗੇ ਇਹ ਜੋ ਜੀਵ ਰੂਪ ਇਸਤਰੀ ਹੈ, ਤੇ ਮਹਾਰਾਜ ਕਹਿਣ ਲੱਗੇ ਪੀੜੈ ਘਰ ਪ੍ਰਾਹੁਣੀ। ਇਹ ਜਿਹੜਾ ਮਾਤ ਲੋਕ ਹੈ ਨਾ ਗੁਰਮੁਖੋ, ਇਹ ਸਾਡਾ ਪੇਕਾ ਘਰ ਹੈ। ਜਿਵੇਂ ਇੱਕ ਲੜਕੀ ਆਪਣੇ ਮਾਂ-ਬਾਪ ਦੇ ਘਰ ਪੈਦਾ ਹੋਈ ਹੈ, ਪਰ ਸਦਾ ਨਹੀਂ ਉੱਥੇ ਰਹਿ ਸਕਦੀ। ਉਸ ਦਾ ਵਿਆਹ ਹੁੰਦਾ ਹੈ, ਉਹ ਸਹੁਰੇ ਘਰ ਚਲੇ ਜਾਂਦੀ ਹੈ। ਇਸੇ ਤਰ੍ਹਾਂ ਅਸੀਂ ਇਸ ਦੁਨੀਆ ਵਿੱਚ ਪੈਦਾ ਹੋਏ ਜ਼ਰੂਰ ਹਾਂ, ਪਰ ਇਸ ਦੁਨੀਆ ਵਿੱਚ ਸਦਾ ਵਾਸਤੇ ਰਹਿ ਨਹੀਂ ਸਕਦੇ। ਇੱਕ ਨਾ ਇੱਕ ਦਿਨ ਇਹ ਦੁਨੀਆ ਛੱਡਣੀ ਪਵੇਗੀ, ਜਾਣਾ ਪਵੇਗਾ। ਪੀੜੈ ਘਰ ਪਾਹੁਣੀ, ਇਹ ਜੀਵ ਇਸਤਰੀ ਜੋ ਹੈ, ਇਸ ਮਾਤ ਲੋਕੇ ਮਾਤ ਰੂਪ ਜੋ ਮਾਤ ਲੋਕ ਹੈ, ਇਹ ਇਸ ਦਾ ਪੇਕਾ ਘਰ ਹੈ। ਮਾਤ ਲੋਕ ਰੂਪੀ ਜੋ ਪੇਕਾ ਘਰ ਹੈ, ਇਹਦੇ ਵਿੱਚ ਇਹ ਜੋ ਜੀਵ ਇਸਤਰੀ ਹੈ ਪ੍ਰਾਹੁਣੀ ਹੈ। ਪਰ ਮਹਾਰਾਜ ਕਹਿਣ ਲੱਗੇ ਹਾਲਤ ਕੈਸੀ ਹੈ। ਭਾਰ ਜੋਬਨ, ਜੋਬਨ ਅਵਸਥਾ ਦੇ ਭਰਨ ਕਰਕੇ, ਜਵਾਨੀ ਦੀ ਅਵਸਥਾ ਪ੍ਰਾਪਤ ਹੋਣ ਕਰਕੇ, ਮੈਂ ਮਤ, ਮੈਂ ਨਾਮ ਹੈ ਸ਼ਰਾਬ ਦਾ, ਤੇ ਮਤ ਨਾਮ ਹੈ ਮਸਤ ਹੋਣ ਦਾ। ਕਹਿਣ ਲੱਗੇ ਜਿਹੜੀ ਜਵਾਨੀ ਦੀ ਉਮਰਾ ਤੈਨੂੰ ਪ੍ਰਾਪਤ ਹੋ ਗਈ ਹੈ ਨਾ, ਤੂੰ ਜਵਾਨੀ ਵਿੱਚ ਇੰਨਾ ਮਸਤ ਹੋ ਗਿਆ ਜਿਵੇਂ ਕੋਈ ਬੰਦਾ ਸ਼ਰਾਬੀ ਸ਼ਰਾਬ ਪੀ ਕੇ ਸ਼ਰਾਬ ਵਿੱਚ ਮਸਤ ਹੋ ਜਾਂਦਾ ਹੈ। ਤੈਨੂੰ ਇਹ ਭੁੱਲ ਗਿਆ ਹੈ ਕਿ ਜਿਸ ਦੁਨੀਆ ਵਿੱਚ ਮੈਂ ਆਇਆ ਹਾਂ ਇਹ ਮੇਰਾ ਪੇਕਾ ਘਰ ਹੈ, ਮੈਂ ਬਹੁਤਾ ਸਮਾਂ ਇੱਥੇ ਰਹਿਣਾ ਨਹੀਂ। ਪਰ ਜੌਬਨ ਅਵਸਥਾ ਪ੍ਰਾਪਤ ਹੋਈ, ਜਵਾਨੀ ਦੇ ਵਿੱਚ ਸਰੀਰ ਭਰਿਆ, ਐਸਾ ਮਸਤ ਹੋ ਗਿਆ ਜਿਵੇਂ ਕੋਈ ਸ਼ਰਾਬੀ ਸ਼ਰਾਬ ਵਿੱਚ ਮਸਤ ਹੁੰਦਾ ਹੈ। ਚਲਤ ਕੱਤ ਟੇਢੇ ਟੇਢੇ ਟੇਢੇ, ਮਹਾਰਾਜ ਦਾ ਬਚਨ ਹੈ ਨਾ। ਜਵਾਨੀ ਦੇ ਵਿੱਚ ਫਿਰ ਵਿੰਗੇ ਸਿੱਧੇ ਪੈਰ ਕਰਕੇ, ਵਿੰਗੀ ਸਿੱਧੀ ਧੌਣ ਕਰਕੇ ਤੁਰਦਾ ਹੈ। ਦੁਨੀਆ ਨੂੰ ਵਿਖਾਉਣਾ ਚਾਹੁੰਦਾ ਹੈ ਕਿ ਮੈਂ ਜਵਾਨੀ ਦੇ ਨਾਲ ਭਰਿਆ ਹੋਇਆ ਹਾਂ, ਮੇਰੇ ਵਿੱਚ ਬੜੀ ਤਾਕਤ ਹੈ, ਮੇਰੇ ਵਿੱਚ ਬੜਾ ਬਲ ਹੈ। ਆਪਣੇ ਸਰੀਰ ਦੇ ਅੰਗ ਜਿਹੜੇ ਨੇ ਵੱਡੇ ਕਰਕੇ, ਮੋਟੇ ਕਰਕੇ, ਵੱਡੇ ਵੱਡੇ ਡੌਲੇ ਵਿਖਾਉਂਦਾ ਹੈ। ਕਈ ਤਰ੍ਹਾਂ ਦੇ ਇਹ ਕਰਤੱਵ ਕਰਦਾ ਹੈ ਦੁਨੀਆ ਨੂੰ ਵਿਖਾਉਣ ਵਾਸਤੇ ਵੀ ਮੈਂ ਬੜਾ ਤਕੜਾ ਹਾਂ। ਤੇ ਫਿਰ ਕੱਪੜੇ ਸਰੀਰ 'ਤੇ ਇਸ ਤਰ੍ਹਾਂ ਦੇ ਪਾ ਲੈਣੇ ਜਿਹਦੇ ਵਿੱਚੋਂ ਸਰੀਰ ਦਿਸੇ। ਪਰ ਮਹਾਰਾਜ ਕਹਿਣ ਲੱਗੇ ਉਹ ਭਲਿਆ, ਜਿਸ ਜਵਾਨੀ ਵਿੱਚ ਤੂੰ ਮਸਤ ਹੋਇਆ ਪਿਆ ਹੈ ਰੱਬ ਦੇ ਨਾਮ ਨੂੰ ਭੁੱਲ ਕੇ, ਤੈਨੂੰ ਚਾਹੀਦਾ ਸੀ ਪਰਮੇਸ਼ਰ ਦਾ ਨਾਮ ਜਪਣਾ।
ਇਸ ਜਿਸ ਦੁਨੀਆ ਵਿੱਚ ਤੂੰ ਆਇਆ ਹੋਇਆ ਇਹ ਤੇਰਾ ਪੇਕਾ ਘਰ ਹੈ। ਇੱਕ ਲੜਕੀ ਸਾਰੀ ਜ਼ਿੰਦਗੀ ਪੇਕੇ ਘਰ ਨਹੀਂ ਰਹਿੰਦੀ ਹੈ, ਉਸ ਨੂੰ ਸਹੁਰੇ ਘਰ ਵੀ ਜਾਣਾ ਪੈਂਦਾ ਹੈ। ਤੇ ਤੇਰਾ ਸਹੁਰਾ ਘਰ ਪਰਲੋਕ ਹੈ। ਪਰਲੋਕ ਵਾਸਤੇ ਤੇ ਫਿਰ ਕੋਈ ਨਾ ਯਤਨ ਕੀਤਾ। ਪਹਿਲੇ ਸਮੇਂ ਵਿੱਚ ਲੜਕੀ ਨੂੰ ਛੋਟੇ ਹੁੰਦਿਆਂ ਹੀ ਉਸਦੇ ਮਾਤਾ ਪਿਤਾ ਜਿਹੜੇ ਸਨ ਉਹ ਗੁਣ ਸਿਖਾਉਂਦੇ, ਪ੍ਰਸ਼ਾਦਾ ਕਿਵੇਂ ਬਣਾਉਣਾ ਹੈ, ਘਰ ਦੀ ਸਾਫ ਸਫਾਈ ਕਿਵੇਂ ਕਰਨੀ ਹੈ, ਵੱਡੇ ਛੋਟੇ ਦਾ ਸਤਿਕਾਰ ਕਿਵੇਂ ਕਰਨਾ ਹੈ, ਆਏ ਗਏ ਦੀ ਸੇਵਾ ਕਿਵੇਂ ਕਰਨੀ ਹੈ। ਉਹਦਾ ਕਾਰਨ ਇਹ ਹੈ ਵੀ ਜਦੋਂ ਇਹ ਸਹੁਰੇ ਘਰ ਜਾਵੇ ਇਹਦੇ ਵਿੱਚ ਸਾਰੇ ਇਹ ਗੁਣ ਹੋਣ, ਇਹ ਕਿਸੇ ਪਾਸਿਓਂ ਘੱਟ ਨਾ ਰਹਿ ਜਾਵੇ, ਇਸ ਨੂੰ ਤਾਨਾ ਮਿਹਣਾ ਨਾ ਸੁਣਨਾ ਪਵੇ। ਗੁਰਮੁਖੋ ਇਸੇ ਤਰ੍ਹਾਂ ਇਹ ਦੁਨੀਆ ਜਿਹਦੇ ਵਿੱਚ ਅਸੀਂ ਆਏ ਹਾਂ ਇਹਦੇ ਵਿੱਚ ਅਸੀਂ ਗੁਣ ਧਾਰਨ ਕਰਨੇ ਸਨ। ਜੇ ਚੰਗੇ ਗੁਣ ਧਾਰਨ ਕਰਾਂਗੇ ਤਾਂ ਪਰਲੋਕ ਦੇ ਵਿੱਚ ਸਾਨੂੰ ਕੋਈ ਲਾਂਭਾ ਨਹੀਂ ਦੇਵੇਗਾ, ਅਤੇ ਜੇ ਇੱਥੇ ਅਸੀਂ ਔਗਣ ਹੀ ਇਕੱਠੇ ਕਰ ਲੈ ਤਾਂ ਫਿਰ ਪਰਲੋਕ ਦੇ ਵਿੱਚ ਲਾਂਭਾ ਵੀ ਮਿਲੇਗਾ, ਸਜ਼ਾ ਵੀ ਮਿਲੇਗੀ। ਮਹਾਰਾਜ ਕਹਿਣ ਲੱਗੇ ਪਈਅੜੈ ਘਰ ਪਹੁਣੀ ਇਹ ਜੀਵ ਰੂਪ ਇਸਤਰੀ ਇਸ ਮਾਤਰ ਲੋਕ ਰੂਪੀ ਪੇਕੇ ਘਰ ਦੇ ਵਿੱਚ ਪ੍ਰਾਹੁਣੀ ਹੈ। ਪਰ ਕਾਹਦੀ ਪ੍ਰਾਹੁਣੀ ਹੈ ਭਾਈ? ਪ੍ਰਾਹੁਣਾ ਘਰ ਵਿੱਚ ਆਇਆ ਹੋਵੇ ਤੇ ਉਹ ਸਾਡੇ ਘਰ ਵਿੱਚ ਹੀ ਆ ਕੇ ਸ਼ਰਾਬ ਪੀ ਕੇ ਮਸਤ ਹੋ ਕੇ ਝੂਮਦਾ ਰਵੇ, ਗਾਲਾਂ ਦਿੰਦਾ ਰਵੇ, ਤੇ ਉਸ ਨੂੰ ਆਪਾਂ ਚੰਗਾ ਥੋੜ੍ਹੀ ਕਵਾਂਗੇ। ਆਪਾਂ ਹੱਥ ਪੈਰ ਜੋੜਾਂਗੇ ਵੀ ਇਹ ਨਿਕਲ ਹੀ ਜਾਵੇ ਇੱਥੋਂ, ਤੇ ਤਾਂ ਚੰਗੀ ਗੱਲ ਦੁਬਾਰਾ ਨਾ ਕਦੇ ਵੀ ਆਵੇ। ਤੇ ਮਹਾਰਾਜ ਕਹਿਣ ਲੱਗੇ ਬੰਦਿਆ ਜਿਹੜੀ ਤੈਨੂੰ ਜਵਾਨੀ ਪ੍ਰਾਪਤ ਹੋਈ ਹੈ ਨਾ, ਇਹ ਜਵਾਨੀ ਦਾ ਨਸ਼ਾ ਵੀ ਇੱਕ ਸ਼ਰਾਬ ਦੇ ਨਸ਼ੇ ਵਾਂਗ ਹੈ। ਤੂੰ ਇਹਦੇ ਵਿੱਚ ਮਸਤ ਹੋ ਗਿਆ ਹੈ, ਪ੍ਰਮਾਤਮਾ ਦੇ ਨਾਮ ਨੂੰ ਭੁੱਲੀ ਬੈਠਾ ਹੈ, ਪਰ ਤੂੰ ਜਾਣਦਾ ਨਹੀਂ ਕਿ ਮੈਂ ਬਹੁਤਾ ਸਮਾਂ ਇੱਥੇ ਨਹੀਂ ਰਹਿਣਾ ਹੈ। ਫਿਰ ਸਤਿਗੁਰਾਂ ਨੂੰ ਪੁੱਛਿਆ ਮਹਾਰਾਜ ਇਸ ਜੀਵ ਦਾ ਤੈਰਨਾ ਕਿਵੇਂ ਹੋਵੇਗਾ, ਇਹ ਜੀਵ ਸਫਲਾ ਕਿਵੇਂ ਹੋਵੇਗਾ, ਇਹ ਜੀਵ ਮੁਕਤ ਕਿਵੇਂ ਹੁੰਦਾ ਹੈ? ਤੇ ਮਹਾਰਾਜ ਫਰਮਾਉਂਦੇ ਹਨ ਕਰ ਪਹੁਣੀ ਬਲਰਾਮ ਜੀਓ। ਸਤਿਗੁਰੂ ਪਾਤਸ਼ਾਹ ਕਹਿਣ ਲੱਗੇ ਇਸ ਮਾਤ ਲੋਕ ਦੇ ਵਿੱਚ ਪਰਮਾਤਮਾ ਤੋਂ ਜਦੋਂ ਤੂੰ ਬਲਿਹਾਰ ਜਾਵੇਂਗਾ, ਕੁਰਬਾਨ ਜਾਵੇਂਗਾ, ਸਦਕੇ ਜਾਵੇਂਗਾ, ਤਾਂ ਤੇਰਾ ਇਸ ਦੁਨੀਆ ਵਿੱਚ ਆਇਆ ਸਫਲਾ ਹੈ, ਤਾਂ ਤੂੰ ਪਰਲੋਕ ਵਿੱਚ ਸਫਲਾ ਹੋਵੇਂਗਾ। ਜੇ ਤੂੰ ਇਸ ਦੁਨੀਆ ਵਿੱਚ ਆ ਕੇ ਪਰਮਾਤਮਾ ਤੋਂ ਬਲਿਹਾਰ ਜਾਵੇਂ, ਉਹਦੇ ਤੋਂ ਸਦਕੇ ਜਾਵੇਂ, ਸਦਕੇ ਜਾਣ ਤੋਂ ਭਾਵ ਇਹ ਹੈ ਉਹਦੇ ਗੁਣਾਂ ਦਾ ਉਚਾਰਨ ਕਰੇ, ਉਹਦੇ ਨਾਮ ਨੂੰ ਜਪੇ, ਉਹਦਾ ਸ਼ੁਕਰਾਨਾ ਕਰੇ, ਤਾਂ ਤੂੰ ਦੁਨੀਆ ਤੇ ਆਇਆ ਸਫਲਾ ਹੈ। ਮੈਲੀ ਅਵਗਣ ਚਿੱਤ ਬਿਨ ਗੁਰ ਗੁਣ ਨਾ ਸਮਾਵਨੀ ਬਲਰਾਮ ਜੀਓ। ਸਤਿਗੁਰੂ ਪਾਤਸ਼ਾਹ ਕਹਿਣ ਲੱਗੇ ਇਹ ਜੀਵ ਰੂਪ ਜਿਹੜੀ ਇਸਤਰੀ ਹੈ ਇਹ ਚਿੱਤ ਵਿੱਚ ਔਗਣਾ ਕਰਕੇ ਮੈਲੀ ਹੋ ਗਈ ਹੈ। ਸਾਡੇ ਚਿੱਤ ਵਿੱਚ ਔਗਣ ਹੀ ਔਗਣ ਹੈ ਨਾ। ਹਮ ਅਵਗੁਣ ਭਰੇ ਏਕ ਗੁਣ ਨਾਹੀ। ਸਾਡੇ ਵਿੱਚ ਇੰਨੇ ਔਗਣ ਨੇ ਜਿਨ੍ਹਾਂ ਦੀ ਗਿਣਤੀ ਹੋ ਹੀ ਨਹੀਂ ਸਕਦੀ ਹੈ, ਪਰ ਅਸੀਂ ਕਦੇ ਆਪਣੇ ਔਗਣਾਂ ਦੀ ਗੱਲ ਨਹੀਂ ਕਰਦੇ। ਜਦੋਂ ਕਰਦੇ ਗੁਣਾਂ ਦੀ ਗੱਲ ਕਰਦੇ, ਮੇਰੇ ਵਿੱਚ ਆਹ ਗੁਣ ਹੈ, ਪਰ ਕਦੇ ਕੋਈ ਇਹ ਨਹੀਂ ਦੱਸਦਾ ਵੀ ਮੇਰੇ ਵਿੱਚ ਆਹ ਔਗਣ ਵੀ ਹੈ। ਗੁਣਾਂ ਦਾ ਤਾਂ ਇੱਕ ਪੱਤਰ ਵੀ ਬਣ ਜਾਂਦਾ ਹੈ, ਇੱਕ ਸਰਟੀਫਿਕੇਟ ਬਣ ਜਾਵੇਗਾ, ਇਸ ਬੰਦੇ ਨੇ ਇਹ ਗੁਣ ਸਿੱਖਿਆ ਹੋਇਆ ਹੈ। ਉਹਦੇ ਸਰਟੀਫਿਕੇਟ ਦੇ ਡਿਗਰੀ ਦੇ ਮੁਤਾਬਕ ਨੌਕਰੀ ਮਿਲ ਜਾਵੇਗੀ, ਪਰ ਔਗਣ ਦੀ ਕੋਈ ਡਿਗਰੀ ਨਹੀਂ ਬਣਦੀ ਹੈ। ਕੋਈ ਬੰਦਾ ਇਹ ਕਹਿੰਦਾ ਵੀ ਮੈਂ ਬੜਾ ਵੱਡਾ ਚੋਰ ਹਾਂ, ਮੈਨੂੰ ਡਿਗਰੀ ਦੇ ਦਿਓ, ਮੈਂ ਬੜੇ ਕੁਕਰਮ ਕਰਨੇ ਜਾਣਦਾ, ਮੈਨੂੰ ਡਿਗਰੀ ਦੇ ਦਿਓ। ਨਹੀਂ, ਔਗਣਾਂ ਦੀ ਕੋਈ ਡਿਗਰੀ ਨਹੀਂ ਹੈ, ਪਰ ਮਨੁੱਖ ਆਪਣੇ ਔਗਣਾਂ ਨੂੰ ਛੁਪਾ ਕੇ ਰੱਖਦਾ ਦੁਨੀਆ ਦੇ ਵੱਲੋਂ, ਦੱਸਦਾ ਨਹੀਂ ਕਿਸੇ। ਗੁਣ ਸਾਡੇ ਵਿੱਚ ਇੱਕ ਆ ਜਾਵੇ ਤੇ ਅਸੀਂ ਸਾਰੀ ਦੁਨੀਆ ਨੂੰ ਦੱਸਦੇ ਹਾਂ ਵੀ ਆਹ ਮੇਰੇ ਵਿੱਚ ਗੁਣ ਹੈ, ਆਹ ਮੈਂ ਤਾਲੀਮ ਸਿੱਖੀ ਹੈ। ਮਹਾਰਾਜ ਕਹਿਣ ਲੱਗੇ ਮੈਲੀ ਅਵਗੁਣ ਚਿੱਤ, ਇਹ ਜੀਵ ਇਸਤਰੀ ਚਿੱਤ ਕਰਕੇ ਔਗਣ ਹੋਣ ਕਰਕੇ ਮਨ ਵਿੱਚੋਂ ਹੀ ਮੈਲੀ ਹੋ ਗਈ, ਮਨ ਹੀ ਇਸ ਦਾ ਮੈਲਾ ਹੋ ਗਿਆ ਹੈ, ਇਹਦੇ ਵਿੱਚ ਔਗਣ ਹੀ ਔਗਣ ਹਨ। ਤੇ ਪਾਤਸ਼ਾਹ ਕਹਿਣ ਲੱਗੇ ਜਿੰਨਾ ਚਿਰ ਇਹ ਰਾਮ ਤੋਂ ਬਲਿਹਾਰ ਨਹੀਂ ਜਾਂਦੀ ਹੈ ਉਨਾ ਚਿਰ ਗੁਰ ਗੁਣ ਨਾ ਸਮਾਵਨੀ, ਇਹਦੇ ਅੰਦਰ ਸ਼ੁਭ ਗੁਣ ਪੈਦਾ ਹੀ ਨਹੀਂ ਹੋਣਗੇ। ਉਨਾ ਚਿਰ ਸ਼ੁਭ ਗੁਣ ਇਹਦੇ ਅੰਦਰ ਸਮਾਉਣਗੇ ਨਹੀਂ, ਸ਼ੁਭ ਗੁਣਾਂ ਵਾਲਾ ਹੋਵੇਗਾ ਹੀ ਨਹੀਂ, ਜਿੰਨਾ ਚਿਰ ਰੱਬ ਤੋਂ ਬਲਿਹਾਰ ਨਹੀਂ ਜਾਵੇਗੀ, ਜਿੰਨਾ ਚਿਰ ਗੁਰੂ ਦੇ ਉਪਦੇਸ਼ ਨੂੰ ਕਮਾਉਂਦੀ ਨਹੀਂ ਹੈ। ਗੁਣ ਸਾਰ ਨਾ ਜਾਣੀ ਭਰਮ ਭੁਲਾਣੀ, ਪਰਮਾਤਮਾ ਦੇ ਗੁਣਾਂ ਦੀ ਸਾਰ ਸੰਭਾਲ ਕਰਨੀ ਜਾਣੀ ਨਹੀਂ। ਪਰਮਾਤਮਾ ਨੇ ਸਾਨੂੰ ਕਿੰਨੇ ਗੁਣ ਦਿੱਤੇ, ਕਿੰਨੀਆਂ ਰਹਿਮਤਾਂ ਕੀਤੀਆਂ, ਕਿੰਨੀਆਂ ਬਖਸ਼ਿਸ਼ਾਂ ਕੀਤੀਆਂ। ਜੇ ਪ੍ਰਸਾਦ ਸ਼ਕਤੀ ਹੀ ਅੰਮ੍ਰਿਤ ਖਾਹੇ, ਇਹ ਵੀ ਤੇ ਪਰਮਾਤਮਾ ਦਾ ਗੁਣ ਹੀ ਹੈ ਨਾ।
ਤਿਸ ਠਾਕੁਰ ਕੋ ਰਖ ਮਨ ਮਾਹੇ, ਜੇ ਪ੍ਰਸਾਦ ਬਸੇ ਸੁਖ ਮੰਦਰ। ਇਹ ਵੀ ਤੇ ਪ੍ਰਮਾਤਮਾ ਦਾ ਗੁਣ ਹੀ ਹੈ ਨਾ ਸਾਡੇ ਉੱਪਰ। ਪਰਮਾਤਮਾ ਨੇ ਗੁਣ ਪਰਉਪਕਾਰ ਤੇ ਸਾਡੇ ਤੇ ਬੜੇ ਕੀਤੇ। ਸਾਨੂੰ ਘਰ ਦਿੱਤਾ, ਮਾਂ ਬਾਪ ਦਿੱਤੇ, ਭੈਣਾਂ ਭਰਾ ਦਿੱਤੇ, ਖਾਣ ਪਾਉਣ ਵਾਸਤੇ ਧਨ ਪਦਾਰਥ ਰਿਜ਼ਕ ਦਿੱਤਾ ਤੇ ਉਸਨੇ ਬਹੁਤ ਕੁਝ ਹੈ ਤੇ ਪਰਮਾਤਮਾ ਦੇ ਪਰਉਪਕਾਰ। ਪਰ ਮਹਾਰਾਜ ਕਹਿਣ ਲੱਗੇ ਇਸ ਨੇ ਪਰਉਪਕਾਰ ਰੱਬ ਦੇ ਜਾਣੇ ਹੀ ਨਹੀਂ, ਰੱਬ ਦਾ ਕਦੇ ਸ਼ੁਕਰ ਕਰਨਾ ਨਹੀਂ ਜਾਣਿਆ, ਸਗੋਂ ਉਲਾਂਭਾ ਹੀ ਦਿੱਤਾ। ਮੈਨੂੰ ਕੀ ਮਿਲਿਆ ਹੈ? ਗੁਣ ਸਾਰ ਨਾ ਜਾਣੀ, ਪਰਮਾਤਮਾ ਦੇ ਸ੍ਰੇਸ਼ਟ ਗੁਣਾਂ ਦੀ ਸਾਰ ਸੰਭਾਲ ਇਸ ਨੇ ਜਾਣੀ ਨਹੀਂ ਹੈ। ਭਰਮ ਭੁਲਾਣੀ, ਭਰਮ ਦੇ ਵਿੱਚ ਇਹ ਜੀਵ ਇਸਤਰੀ ਭੁੱਲ ਗਈ ਹੈ, ਭਰਮ ਹੀ ਪੈ ਗਿਆ ਕਿ ਸਾਨੂੰ ਦਿੰਦਾ ਕੌਣ ਹੈ। ਜੋਬਨ ਬਾਦ ਗਵਾਇਆ, ਇਹ ਜਵਾਨੀ ਜਿਹੜੀ ਹੈ ਵਿਅਰਥ ਹੀ ਗਵਾ ਲਈ। ਜਵਾਨੀ ਮਿਲੀ ਤੇ ਨਾਮ ਜਪਣ ਵਾਸਤੇ ਹੈ, ਸਰੀਰ ਮਿਲਿਆ ਤੇ ਨਾਮ ਜਪਣ ਵਾਸਤੇ ਹੈ, ਪਰ ਇਹ ਜਵਾਨੀ ਵਿਕਾਰਾਂ ਦੇ ਵਿੱਚ ਲੱਗ ਕੇ, ਪੁੱਠੇ ਕੰਮਾਂ ਵਿੱਚ, ਮਾੜੇ ਕੰਮਾਂ ਵਿੱਚ ਲੱਗ ਕੇ ਗਵਾ ਲਈ ਹੈ, ਬਤੀਤ ਕਰ ਲਈ ਹੈ। ਦੁਬਾਰਾ ਇਹ ਜਵਾਨੀ ਨਹੀਂ ਆਵੇਗੀ। ਆਪਣੀ ਜਵਾਨੀ ਨੂੰ ਇਸ ਤਰ੍ਹਾਂ ਗਵਾ ਲਿਆ ਹੈ। ਵਾਰ ਘਰ ਦਰ ਦਰਸ਼ਨ ਨਹੀਂ ਜਾਤਾ, ਫਿਰ ਕਾ ਸਹਿਜ ਨਾ ਪਾਇਆ। ਸਤਿਗੁਰੂ ਬਖਸ਼ਿਸ਼ ਕਰਦੇ, ਵਰ ਜੋ ਪਤੀ ਹੈ ਪਰਮਾਤਮਾ, ਉਸ ਨੂੰ ਸਰੀਰ ਘਰ ਦੇ ਅੰਦਰ, ਦਰ ਤੋਂ ਭਾਵ ਹੁੰਦਾ ਅੰਦਰ ਤੇ ਘਰ ਤੋਂ ਭਾਵ ਹੁੰਦਾ ਸਰੀਰ। ਉਹ ਜੋ ਪਰਮਾਤਮਾ ਹੈ ਉਸ ਨੂੰ ਆਪਣੇ ਸਰੀਰ ਦੇ ਅੰਦਰੋਂ ਉਹਦਾ ਦਰਸ਼ਨ ਨਹੀਂ ਕੀਤਾ ਹੈ। ਬਾਹਰ ਲੱਭਦਾ ਪਿਆ ਪਰਮਾਤਮਾ ਨੂੰ, ਜੰਗਲ ਵਿੱਚ ਬੈਠਾ ਹੈ, ਉਹ ਪਹਾੜਾਂ ਵਿੱਚ ਬੈਠਾ ਹੈ, ਉਹ ਤੀਰਥ ਸਥਾਨਾਂ 'ਤੇ ਬੈਠਾ ਹੈ। ਪਰ ਮਹਾਰਾਜ ਕਹਿਣ ਲੱਗੇ ਉਸ ਪਤੀ ਪਰਮਾਤਮਾ ਨੂੰ ਇਸ ਜੀਵ ਨੇ ਆਪਣੇ ਅੰਦਰ ਨਹੀਂ ਜਾਣਿਆ ਹੈ ਵੀ ਮੇਰੇ ਅੰਦਰ ਹੀ ਬੈਠਾ ਹੋਇਆ ਹੈ, ਉਹਦੇ ਅੰਦਰੋਂ ਦਰਸ਼ਨ ਨਹੀਂ ਕੀਤੇ ਹਨ ਸਹਿਜ ਨਾ ਪਾਇਆ। ਅਤੇ ਨਾ ਹੀ ਪਰਮਾਤਮਾ ਦਾ ਸਹਿਜ ਕਹੀਏ ਗਿਆਨ ਇਸ ਨੂੰ ਪਾਇਆ ਚੰਗਾ ਲੱਗਾ। ਜੇ ਕੋਈ ਗਿਆਨ ਦੀ ਗੱਲ ਕਰਦਾ ਤੇ ਆਂਦਾ ਚੁੱਪ ਕਰਦਾ, ਕੀ ਤੂੰ ਗਿਆਨ ਦੀਆਂ ਗੱਲਾਂ ਕਰਦਾ, ਕੀ ਰੱਬ ਦੀਆਂ ਗੱਲਾਂ ਕਰਦਾ, ਕੋਈ ਹੋਰ ਗੱਲ ਕਰ। ਨਾਮ ਜਪਣਾ ਤੇ ਦੂਰ ਦੀ ਗੱਲ ਹੈ, ਇਹਨੂੰ ਰੱਬ ਦਾ ਗਿਆਨ ਵੀ ਚੰਗਾ ਨਹੀਂ ਲੱਗਦਾ, ਗਿਆਨ ਦੀ ਗੱਲ ਵੀ ਚੰਗੀ ਨਹੀਂ ਲੱਗਦੀ ਹੈ। ਇਸ ਤਰ੍ਹਾਂ ਦਾ ਇਹ ਮਨਮੁਖ ਹੋਇਆ ਹੈ। ਸਤਿਗੁਰ ਪੁੱਛ ਨਾ ਮਾਰਗ ਚਾਲੀ, ਸਤਿਗੁਰਾਂ ਤੋਂ ਪੁੱਛ ਕੇ ਕਦੇ ਸ਼ੁਭ ਰਸਤੇ ਤੇ ਚੱਲਣਾ ਹੀ ਨਹੀਂ ਕੀਤਾ ਹੈ। ਗੁਰੂ ਨੂੰ ਕਦੇ ਪੁੱਛਿਆ ਨਹੀਂ ਮਹਾਰਾਜ ਕਿਹੜੇ ਰਸਤੇ ਤੇ ਚੱਲਾਂ ਮੇਰਾ ਭਲਾ ਹੋਵੇ, ਕਿਉਂਕਿ ਗੁਰੂ ਐਸਾ ਹੈ ਨਾ, ਭੁੱਲੇ ਮਾਰਗ ਜਿਹਨੇ ਬਤਾਇਆ। ਰਸਤਾ ਭੁੱਲ ਜਾਈਏ ਤੇ ਉਹ ਗੁਰੂ ਦੱਸਦਾ ਹੈ, ਪਰ ਗੁਰੂ ਨੂੰ ਤੇ ਕਦੇ ਪੁੱਛਿਆ ਹੀ ਨਹੀਂ। ਜੇ ਗੁਰੂ ਦੱਸਣਾ ਵੀ ਚਾਹਵੇ ਤੇ ਆਖਦਾ ਵੀ ਨਹੀਂ ਮੈਨੂੰ ਆਪੇ ਹੀ ਸਭ ਕੁਝ ਪਤਾ ਹੈ। ਇੱਕ ਛੋਟਾ ਜਿਹਾ ਬੱਚਾ ਹੈ ਨਾ ਸਾਡੇ ਘਰ ਦੇ ਵਿੱਚ, ਉਹ ਕਈ ਵਾਰੀ ਜਿੱਦ ਕਰਦਾ ਹੈ ਮੈਂ ਆਹ ਕੰਮ ਕਰਨਾ ਹੈ, ਤੇ ਮਾਂ-ਬਾਪ ਦੱਸਦੇ ਜੇ ਤੂੰ ਕਰਨਾ ਹੀ ਚਾਹੁੰਦਾ ਤੇ ਇਸ ਤਰ੍ਹਾਂ ਕਰਦਾ। ਕਹਿਣ ਲੱਗਾ ਨਹੀਂ ਮੈਂ ਆਪੇ ਕਰਾਂਗਾ, ਤੁਸੀਂ ਨਾ ਦੱਸੋ। ਨਾ ਉਹ ਕਰ ਪਾ ਰਿਹਾ ਹੈ, ਨਾ ਉਹਦੇ ਕੋਲੋਂ ਹੋਣਾ ਹੈ, ਪਰ ਇੱਕ ਜਿੱਦ ਹੈ ਵੀ ਮੈਂ ਆਪੇ ਕਰਾਂਗਾ। ਜੇ ਮਾਂ-ਬਾਪ ਮਦਦ ਵੀ ਕਰਦੇ ਨਾ ਥੋੜ੍ਹਾ ਜਿਹਾ ਤਾਂ ਰੋਣ ਲੱਗ ਪੈਂਦਾ, ਉਸੇ ਵੇਲੇ ਗੁੱਸਾ ਕਰਦਾ ਹੈ ਵੀ ਤੁਸੀਂ ਮੈਨੂੰ ਕਿਉਂ ਨਹੀਂ ਕਰਨ ਦਿੱਤਾ ਹੈ। ਪਾਤਸ਼ਾਹ ਕਹਿਣ ਲੱਗੇ ਬਿਲਕੁਲ ਉਸ ਬੱਚੇ ਦੇ ਵਾਂਗ ਬੰਦੇ ਦੀ ਹਾਲਤ ਹੈ। ਪਹਿਲੀ ਤੇ ਗੱਲ ਗੁਰੂ ਨੂੰ ਰਸਤਾ ਪੁੱਛਦਾ ਹੀ ਨਹੀਂ, ਤੇ ਜੇ ਗੁਰੂ ਕਿਰਪਾ ਕਰਕੇ ਦੱਸਣਾ ਚਾਹਣ ਸਤਿਗੁਰੂ ਰਸਤਾ, ਤੇ ਗੁੱਸਾ ਕਰਦਾ ਹੈ ਵੀ ਮਹਾਰਾਜ ਰਸਤਾ ਦੱਸਦੇ ਕਿਉਂ ਪਏ, ਮੈਂ ਤੇ ਆਪ ਬੜਾ ਸਿਆਣਾ ਹਾਂ। ਮਹਾਰਾਜ ਕਹਿਣ ਲੱਗੇ ਬਚਨ ਹੈ ਸਤਿਗੁਰ ਪੂਛ ਨਾ ਮਾਰਗ ਚਾਲੀ, ਗੁਰੂ ਤੋਂ ਪੁੱਛ ਕੇ ਸ੍ਰੇਸ਼ਟ ਰਸਤੇ ਤੇ ਕਦੇ ਚੱਲਿਆ ਹੀ ਨਹੀਂ। ਜਦੋਂ ਚੱਲਿਆ ਮਾੜੇ ਰਸਤੇ ਤੇ ਹੀ ਚੱਲਿਆ, ਮਾੜੇ ਪਾਸੇ ਚੱਲਿਆ ਹੈ, ਕਦੇ ਚੰਗੇ ਰਸਤੇ ਤੇ ਗੁਰੂ ਨੂੰ ਪੁੱਛ ਕੇ ਚੱਲਿਆ ਨਹੀਂ ਹੈ। ਰਹਿਣ ਵਿਹਾਣੀ, ਇਹ ਇਸ ਦੀ ਅਵਸਥਾ ਰੂਪੀ ਜਿਹੜੀ ਰਾਤ ਹੈ ਉਹ ਅਵਿਦਿਆ ਦੀ ਨੀਂਦ ਵਿੱਚ ਸੁੱਤਿਆਂ ਹੀ ਲੰਘ ਗਈ। ਜਿਵੇਂ ਆਪਾਂ ਸੌਂ ਕੇ 10-8 ਘੰਟੇ ਸੌਂ ਕੇ ਬਤੀਤ ਕਰ ਲੈਂਦੇ ਨਾ, ਇਹ ਤੇਰੀ ਜਿਹੜੀ ਉਮਰਾ ਹੈ ਇੱਕ ਰਾਤ ਦੇ ਵਾਂਗ ਹੀ ਹੈ। ਪਰ ਸਾਰੀ ਰਾਤ ਤੂੰ ਸੁੱਤਾ ਹੀ ਰਵੇਂ, ਸਾਰੀ ਜ਼ਿੰਦਗੀ ਸੁੱਤਾ ਹੀ ਰਵੇਂ ਅਵਿਦਿਆ ਦੇ ਵਿੱਚ, ਮਨਮੁਖਤਾਈ ਦੇ ਵਿੱਚ, ਕਦੇ ਜਾਗੇ ਹੀ ਨਾ, ਕਦੇ ਉੱਠੇ ਹੀ ਨਾ, ਕਦੇ ਰੱਬ ਨੂੰ ਧਿਆਵੇ ਹੀ ਨਾ, ਤੇ ਫਿਰ ਉਮਰਾਂ ਤੇ ਲੰਘ ਜਾਏਗੀ ਨਾ। 80-80 100-100 ਸਾਲ ਦੀ ਉਮਰਾ ਸਰੀਰ ਨੇ ਮੰਨ ਲਈ ਹੈ, ਪਰ ਇੱਕ ਵੀ ਅੱਖਰ ਗੁਰੂ ਦੇ ਗਿਆਨ ਦਾ ਨਹੀਂ ਪ੍ਰਾਪਤ ਹੋਇਆ ਹੈ, ਕਦੇ ਸੁਣਿਆ ਹੀ ਨਹੀਂ ਹੈ। ਮਹਾਰਾਜ ਕਹਿਣ ਲੱਗੇ ਸੁੱਤੀ ਰਹਿਣ ਵਿਹਾਨੀ, ਅਵਸਥਾ ਰੂਪੀ ਜਿਹੜੀ ਰਾਤ ਹੈ ਅਵਿਦਿਆ ਦੀ ਨੀਂਦ ਵਿੱਚ ਸੁੱਤਿਆ ਹੋਇਆ ਉਹ ਸਾਰੀ ਬਤੀਤ ਹੋ ਜਾਂਦੀ ਹੈ। ਨਾਨਕ ਬਾਲ ਤਨ ਰਾਂਡੇ ਪਾ,
ਫਿਰ ਬਿਨ ਤਨ ਕੁਮਲਾਣੀ। ਸਤਿਗੁਰੂ ਪਾਤਸ਼ਾਹ ਕਹਿਣ ਲੱਗੇ, ਨਾਨਕ ਬਾਲਤਨ, ਇਹ ਜਿਹੜਾ ਪਾਠ ਹੈ, ਜਦੋਂ ਆਪਾਂ ਸਹਿਜ ਪਾਠ ਕਰਦੇ ਹਾਂ, ਇਹਦੇ ਉੱਪਰ ਅਧਿਕ ਲਾਉਣੀ ਹੈ। ਬਾਲਤਨ, ਬਾਲਤਨ ਨਹੀਂ ਕਰਨਾ ਹੈ। ਮਹਾਰਾਜ ਕਹਿਣ ਲੱਗੇ, ਨਾਨਕ ਬਾਲਤਨ ਰਾਡੇਪਾ, ਇਹ ਜੀਵ ਇਸਤਰੀ ਜਿਹੜੀ ਹੈ, ਬਾਲਤਨ ਤੋਂ ਭਾਵ ਬਾਲਕ ਅਵਸਥਾ ਤੋਂ ਹੀ ਇਹ ਰੰਡੀ ਹੋ ਗਈ ਹੈ। ਰੰਡੀ ਉਹਨੂੰ ਕਿਹਾ ਜਾਂਦਾ ਜਿਹੜੀ ਵਿਧਵਾ ਹੈ, ਜਿਹਦਾ ਪਤੀ ਮਰ ਜਾਵੇ, ਪਤੀ ਹੋਵੇ ਨਾ। ਸਤਿਗੁਰੂ ਪਾਤਸ਼ਾਹ ਕਹਿਣ ਲੱਗੇ, ਇਹ ਜੀਵ ਇਸਤਰੀ ਬਚਪਨ ਤੋਂ ਹੀ, ਬਾਲਕ ਅਵਸਥਾ ਤੋਂ ਹੀ ਆਪਣੇ ਆਪ ਨੂੰ ਰੰਡੀ ਸਮਝ ਕੇ, ਵਿਧਵਾ ਸਮਝ ਕੇ ਚੱਲਦੀ ਹੈ ਕਿ ਮੇਰਾ ਪਤੀ ਪਰਮਾਤਮਾ ਦੇ ਨਾਲ ਕੋਈ ਸੰਬੰਧ ਹੈ ਹੀ ਨਹੀਂ ਹੈ। ਕੌਣ ਹੈ ਪਰਮਾਤਮਾ, ਮੈਂ ਨਹੀਂ ਜਾਣਿਆ। ਉਸ ਪਤੀ ਪਰਮਾਤਮਾ ਤੋਂ ਬਿਨਾਂ ਹੋਣ ਕਰਕੇ ਇਹ ਜੀਵ ਇਸਤਰੀ ਜਿਹੜੀ ਹੈ, ਇਹ ਬਾਲਤਨ ਤੋਂ ਭਾਵ ਬਾਲਕ ਅਵਸਥਾ ਤੋਂ ਹੀ ਇਹ ਰੰਡੀ ਹੋ ਚੁੱਕੀ ਹੈ, ਪਰਮਾਤਮਾ ਤੋਂ ਬਿਨਾਂ ਹੋ ਚੁੱਕੀ ਹੈ। ਬਿਨ ਪਿਰ, ਪਤੀ ਪਰਮਾਤਮਾ ਤੋਂ ਬਿਨਾਂ ਧਨ ਕੁਮਲਾਣੀ, ਇਹ ਜੀਵ ਇਸਤਰੀ ਜਿਹੜੀ ਹੈ ਕੁਮਲਾ ਗਈ ਹੈ ਸ਼ੁਭ ਗੁਣਾਂ ਦੇ ਕੋਲ। ਸ਼ੁਭ ਗੁਣੇ ਦੇ ਵਿੱਚ ਰਿਹਾ ਹੀ ਕੋਈ ਨਹੀਂ ਹੈ, ਸ਼ੁਭ ਗੁਣਾਂ ਦੇ ਵੱਲੋਂ ਕੁਮਲਾ ਗਈ, ਮੁਰਝਾ ਗਈ ਹੈ। ਬਾਬਾ ਮੈਂ ਵਰ ਦੇ, ਮੈਂ ਹਰ ਵਾਰ ਭਾਵੈ, ਤਿਸ ਕੀ ਬਲਰਾਮ ਜੀਓ। ਸਤਿਗੁਰੂ ਬਖਸ਼ਿਸ਼ ਕਰਦੇ, ਬਾਬਾ ਤੋਂ ਭਾਵ ਹੈ ਐ ਸਤਿਗੁਰੂ ਜੀ ਮੇਰੇ ਤੇ ਕਿਰਪਾ ਕਰੋ। ਬਾਬਾ ਨਾਮ ਹੈ ਵੱਡੇ ਦਾ, ਤੇ ਵੱਡੇ ਨੇ ਗੁਰੂ ਨਾਨਕ ਦੇਵ ਮਹਾਰਾਜ, ਸਭ ਤੋਂ ਵੱਡਾ ਸਤਿਗੁਰੂ ਨਾਨਕ। ਗੁਰੂ ਪਾਤਸ਼ਾਹ ਵੱਡੇ ਨੇ, ਇਸ ਕਰਕੇ ਗੁਰੂ ਨੂੰ ਬਾਬਾ ਕਿਹਾ ਹੈ। ਕਹਿਣ ਲੱਗੇ, ਬਾਬਾ ਐ ਸਤਿਗੁਰੂ ਕਿਰਪਾ ਕਰੋ, ਮੈਂ ਵਰ ਦੇਹ, ਮੈਨੂੰ ਪਤੀ ਪਰਮਾਤਮਾ ਵਰ ਦੇ ਰੂਪ ਵਿੱਚ ਪ੍ਰਾਪਤ ਹੋਵੇ। ਉਹ ਵਰ ਕਿਹਨੇ ਲੱਭ ਕੇ ਦੇਣਾ ਹੈ? ਉਹ ਗੁਰੂ ਨੇ ਲੱਭ ਕੇ ਦੇਣਾ ਹੈ। ਜਿਵੇਂ ਇੱਕ ਲੜਕੀ ਨੂੰ ਵਰ ਉਹਦੇ ਮਾਤਾ ਪਿਤਾ ਨੇ ਲੱਭ ਕੇ ਦਿੱਤਾ ਹੈ। ਕਹਿਣ ਲੱਗੇ, ਇਸੇ ਤਰ੍ਹਾਂ ਭਾਈ ਗੁਰੂ ਨੇ ਤੈਨੂੰ ਪਰਮਾਤਮਾ ਰੂਪੀ ਵਰ ਲੱਭ ਕੇ ਦੇਣਾ ਹੈ। ਮੈਂ ਹਰ ਵਾਰ ਭਾਵੈ, ਮੈਨੂੰ ਉਹ ਹਰੀ ਪਰਮਾਤਮਾ ਰੂਪੀ ਵਰ ਹੀ ਚੰਗਾ ਲੱਗਦਾ ਹੈ। ਬਾਕੀ ਦੁਨੀਆ ਦੇ ਵਰ ਤੇ ਮੁੱਕਣ ਵਾਲੇ, ਨਾਸ ਹੋਣ ਵਾਲੇ, ਖਤਮ ਹੋ ਜਾਣ ਵਾਲੇ, ਪਰ ਪਰਮਾਤਮਾ ਰੂਪੀ ਵਰ ਜਿਹੜਾ ਹੈ, ਪਤੀ ਹੈ, ਉਹ ਕਦੇ ਮੁੱਕਦਾ, ਖਤਮ ਨਹੀਂ ਹੁੰਦਾ ਹੈ। ਮੈਂ ਉਹਦੇ ਤੋਂ ਬਲਿਹਾਰ ਜਾਣਾ ਕਰਾਂ, ਕਿਉਂਕਿ ਉਸ ਦੇ ਜਿਹੜੇ ਗੁਣ ਹਨ ਉਹ ਮੈਨੂੰ ਪ੍ਰਾਪਤ ਹੋ ਜਾਣ। ਬਲਰਾਮ ਜੀਓ, ਮੈਂ ਉਹਦੇ ਤੋਂ ਬਲ ਜਾਣਾ ਕਰਾਂ, ਉਹਦੇ ਤੋਂ ਬਲਿਹਾਰ ਜਾਣ ਕਰਕੇ ਤਿਸ ਕੀ, ਉਹਦੀ ਸ਼ੁਭ ਸਿੱਖਿਆ ਜਿਹੜੀ ਹੈ ਉਹ ਮੈਨੂੰ ਪ੍ਰਾਪਤ ਹੋਣਾ ਕਰੇ। ਰਵ ਰਹਾ ਜੁਗ ਚਾਰ। ਸਤਿਗੁਰੂ ਪਾਤਸ਼ਾਹ ਕਹਿਣ ਲੱਗੇ, ਉਹ ਪ੍ਰਮਾਤਮਾ ਚਾਰੇ ਯੁੱਗਾਂ ਵਿੱਚ ਹੀ ਸਾਰਿਆਂ ਥਾਵਾਂ ਤੇ ਸਮਾਇਆ ਹੈ। ਸਤਿਯੁਗ, ਤ੍ਰੇਤਾ, ਦੁਆਪਰ ਤੇ ਕਲਯੁਗ, ਇਹ ਜਿਹੜੇ ਚਾਰ ਯੁੱਗ ਨੇ, ਇਹਨਾਂ ਚੌਵਾਂ ਯੁੱਗਾਂ ਵਿੱਚ ਉਹ ਪਰਮਾਤਮਾ ਸਾਰੇ ਥਾਵਾਂ ਤੇ ਹੀ ਸਮਾਇਆ ਹੈ। ਆਪਾਂ ਇਹ ਨਹੀਂ ਕਹਿ ਸਕਦੇ ਵੀ ਉਹ ਕਲਯੁਗ ਦੇ ਵਿੱਚ ਸਾਰੇ ਥਾਵਾਂ ਤੇ ਹੈ ਤੇ ਸਤਿਯੁਗ ਦੇ ਵਿੱਚ ਉਹ ਕਿਤੇ ਕਿਤੇ ਸੀ, ਜਾਂ ਇਹ ਨਹੀਂ ਕਹਿ ਸਕਦੇ ਵੀ ਸਤਿਯੁਗ ਵਿੱਚ ਉਹ ਸਾਰੇ ਥਾਵਾਂ ਤੇ ਹੈ ਤੇ ਕਲਯੁਗ ਵਿੱਚ ਕਿਤੇ ਵਸਿਆ ਹੈ ਤੇ ਕਿਤੇ ਨਹੀਂ ਵਸਿਆ ਹੈ। ਨਹੀਂ, ਉਹ ਚਾਰੇ ਯੁੱਗਾਂ ਦੇ ਵਿੱਚ ਸਾਰੇ ਥਾਵਾਂ ਤੇ ਸਮਾਇਆ ਹੋਇਆ, ਵਸਿਆ ਹੋਇਆ ਹੈ। ਤੇਰੇ ਭਵਨ ਬਾਣੀ ਜਿਸ ਕੀ ਬਲਰਾਮ ਜੀਓ। ਸਤਿਗੁਰੂ ਪਾਤਸ਼ਾਹ ਕਹਿਣ ਲੱਗੇ, ਇਹ ਜਿਹੜੇ ਤਿੰਨ ਭਵਨ ਹਨ, ਇਹ ਉਸ ਦੀ ਬਾਣੀ ਕਹੀਏ ਬਨਾਵਟ ਹਨ। ਇਹ ਮਾਤ ਲੋਕ, ਸਵਰਗ ਲੋਕ ਤੇ ਪਤਾਲ ਲੋਕ, ਇਹ ਜਿਹੜੇ ਤਿੰਨ ਲੋਕ ਨੇ, ਇਹ ਪਰਮਾਤਮਾ ਦੀ ਬਨਾਵਟ ਨੇ। ਉਹਨੇ ਇਹ ਬਨਾਵਟ ਬਣਾਈ ਹੈ। ਇਹ ਮਾਤ ਲੋਕ ਵੀ ਉਹਨੇ ਬਣਾਇਆ, ਪਤਾਲ ਲੋਕ ਵੀ ਉਹਨੇ ਬਣਾਇਆ, ਸਵਰਗ ਲੋਕ ਵੀ ਉਸੇ ਨੇ ਬਣਾਇਆ ਹੈ। ਤਿਰ ਭਵਨ ਬਾਣੀ, ਬਾਣੀ ਤੋਂ ਭਾਵ ਹੈ ਬਨਾਵਟ। ਕਹਿਣ ਲੱਗੇ, ਬਨਾਵਟ ਤਿੰਨਾਂ ਲੋਕਾਂ ਦੀ ਉਹਨੇ ਹੀ ਬਣਾਈ ਹੈ। ਬਲਰਾਮ ਜੀਓ, ਮੈਂ ਉਹਦੇ ਤੋਂ ਬਲਿਹਾਰ ਜਾਣਾ ਕਰਾਂ। ਉਹ ਜਿਹੜਾ ਰਾਮ ਰਮਿਆ ਹੋਇਆ ਨਾ, ਉਹਦੇ ਤੋਂ ਬਲ ਕਹੀਏ ਬਲਿਹਾਰ ਜਾਵਾਂ, ਸਦਕੇ ਜਾਣਾ ਕਰਾਂ। ਤੇਰੇ ਭਵਨ ਕੰਤ ਰਵੈ ਸੁਹਾਗਣ। ਸਤਿਗੁਰੂ ਪਾਤਸ਼ਾਹ ਕਹਿਣ ਲੱਗੇ, ਉਹ ਤਿੰਨਾਂ ਭਵਨਾਂ ਦਾ ਕੰਤ ਜਿਹੜਾ ਮਾਲਕ ਹੈ ਨਾ ਪਰਮਾਤਮਾ, ਉਸ ਨੂੰ ਜਿਹੜੀਆਂ ਸੁਹਾਗਵੰਤੀ ਇਸਤਰੀਆਂ ਨੇ ਉਹ ਰਵੇ ਕਹੀਏ ਭੋਗਦੀਆਂ ਹਨ। ਜਿਵੇਂ ਇੱਕ ਸੁਹਾਗਣ ਉਹਨੂੰ ਕਿਹਾ ਜਾਂਦਾ ਜਿਹਦਾ ਪਤੀ ਜਿਉਂਦਾ ਹੈ, ਉਹ ਪਰਮਾਤਮਾ ਤੇ ਭਾਈ ਸਦਾ ਹੀ ਜਿਉਂਦਾ ਹੈ, ਉਹ ਕਦੇ ਨਾਸ ਹੁੰਦਾ ਹੀ ਨਹੀਂ। ਮਹਾਰਾਜ ਕਹਿਣ ਲੱਗੇ, ਉਹ ਜਿਹੜਾ ਤਿੰਨਾਂ ਭਵਨਾਂ ਦਾ ਮਾਲਕ ਪਰਮਾਤਮਾ ਹੈ, ਰਵੈ ਸੁਹਾਗਣ, ਜਿਹੜੀਆਂ ਮਹਾਤਮਾ ਰੂਪ ਸੁਹਾਗਣ ਇਸਤਰੀਆਂ ਹਨ। ਮਹਾਤਮਾ ਨੂੰ ਸੁਹਾਗਣ ਕਿਹਾ ਜਾਂਦਾ ਹੈ ਕਿਉਂਕਿ ਉਹ ਪਰਮਾਤਮਾ ਨੂੰ ਆਪਣਾ ਪਤੀ ਮੰਨਦੀਆਂ ਹਨ, ਉਹਦੇ ਹੁਕਮ ਕਹਿਣੇ ਦੇ ਵਿੱਚ ਰਹਿੰਦੀਆਂ। ਮਹਾਰਾਜ ਕਹਿਣ ਲੱਗੇ, ਉਹ ਮਹਾਤਮਾ ਰੂਪੀ ਜਿਹੜੀਆਂ ਸੁਹਾਗਣਾਂ ਹਨ, ਉਹ ਸਦਾ ਹੀ ਉਸ ਪਰਮਾਤਮਾ ਦੇ ਆਨੰਦ ਨੂੰ
ਰਵੈ ਕਹੀਏ ਭੋਗਦੀਆਂ ਹਨ, ਮਾਣਦੀਆਂ ਹਨ। ਔਗਣਵੰਤੀ ਦੂਰੇ ਪਰ ਜਿਹੜੀਆਂ ਔਗਣਾਂ ਵਾਲੀਆਂ ਨੇ, ਜਿਨ੍ਹਾਂ ਵਿੱਚ ਔਗਣ ਹੀ ਭਰੇ ਹੋਏ, ਉਹ ਪ੍ਰਮਾਤਮਾ ਤੋਂ ਜੀਵ ਰੂਪ ਇਸਤਰੀਆਂ ਦੂਰ ਹੋ ਗਈਆਂ। ਔਗਣਾਂ ਵਾਲੀਆਂ ਦਾ ਪ੍ਰਮਾਤਮਾ ਦੇ ਨਾਲ ਕੋਈ ਮੇਲ ਨਹੀਂ ਹੈ, ਕੋਈ ਸੰਬੰਧ ਨਹੀਂ ਹੈ। ਜਿਹਦੇ ਵਿੱਚ ਔਗਣ ਨੇ ਉਹ ਪ੍ਰਮਾਤਮਾ ਤੋਂ ਦੂਰ ਹੀ ਹੈ। ਪ੍ਰਮਾਤਮਾ ਦੇ ਨੇੜੇ ਉਹ ਹੈ ਜਿਹਦੇ ਵਿੱਚ ਗੁਣ ਹਨ। ਮਹਾਰਾਜ ਕਹਿਣ ਲੱਗੇ ਔਗਣਵੰਤੀ ਦੂਰੇ, ਜਿਹੜੀਆਂ ਔਗਣਾਂ ਵਾਲੀਆਂ ਨੇ ਜੀਵ ਇਸਤਰੀਆਂ, ਉਹ ਪ੍ਰਮਾਤਮਾ ਤੋਂ ਬੜੀਆਂ ਦੂਰ ਹਨ। ਜੈਸੀ ਆਸਾ ਤੈਸੀ ਮਨਸਾ। ਜਿਸ ਤਰ੍ਹਾਂ ਦੀ ਇਹ ਜੀਵ ਰੂਪ ਇਸਤਰੀ ਆਸਾ ਰੱਖਦੀ ਹੈ, ਸਾਡੀ ਆਸਾ ਹੁੰਦੀ ਹੈ ਨਾ, ਕੱਲ ਨੂੰ ਮੈਂ ਇਹ ਕਰਾਂਗਾ, ਅਗਲੇ ਸਾਲ ਇਹ ਕਰਾਂਗਾ, 5-10 ਸਾਲਾਂ ਨੂੰ ਇਹ ਕਰਾਂਗਾ। ਅਸੀਂ ਇੱਕ ਆਸ ਰੱਖ ਕੇ ਚੱਲਦੇ ਹਾਂ, ਕਿਉਂਕਿ ਆਸਾ ਨਾਲ ਹੀ ਸੰਸਾਰ ਹੈ। ਆਸ ਖਤਮ ਹੋ ਗਈ, ਸੰਸਾਰ ਖਤਮ ਹੋ ਜਾਏਗਾ। ਮਹਾਰਾਜ ਕਹਿਣ ਲੱਗੇ ਜੈਸੀ ਆਸਾ, ਜਿਸ ਤਰ੍ਹਾਂ ਦੀ ਆਸਾ ਹੈ, ਤੈਸੀ ਮਨਸ਼ਾ। ਮਨ ਦੀਆਂ ਵਾਸ਼ਨਾਵਾਂ ਵੀ ਉਸੇ ਤਰ੍ਹਾਂ ਦੀਆਂ ਹੋ ਜਾਂਦੀਆਂ, ਮਨ ਦੇ ਖਿਆਲ ਵੀ ਉਸੇ ਤਰ੍ਹਾਂ ਦੇ ਹੀ ਹੋ ਜਾਂਦੇ, ਫੁਰਨੇ ਵੀ ਉਸੇ ਤਰ੍ਹਾਂ ਦੇ ਬਣਦੇ, ਸੁਪਨੇ ਵੀ ਉਸੇ ਤਰ੍ਹਾਂ ਦੇ ਹੀ ਆਉਣ ਲੱਗ ਪੈਂਦੇ, ਫਿਰ ਬਖਸ਼ਿਸ਼ ਕਰਦੇ ਹਨ। ਜੈਸੀ ਆਸਾ ਤੈਸੀ ਮਨਸਾ। ਇਸ ਜੀਵ ਇਸਤਰੀ ਦੀ ਜਿਸ ਤਰ੍ਹਾਂ ਦੀ ਆਸ਼ਾ ਹੁੰਦੀ ਹੈ ਨਾ, ਪ੍ਰਮਾਤਮਾ ਉਸ ਤਰ੍ਹਾਂ ਦੀ ਪੂਰੀ ਕਰਦਾ ਹੈ। ਜਿਵੇਂ ਦੀ ਕੋਈ ਆਸ ਲੈ ਕੇ ਆਉਂਦਾ ਨਾ, ਵੀ ਮੇਰੀ ਇਹ ਆਸ ਹੈ ਮੈਨੂੰ ਮਿਲੇ, ਪਰਮਾਤਮਾ ਉਹੋ ਜਿਹੀ ਹੀ ਆਸ ਹੀ ਪੂਰੀ ਕਰਦਾ। ਜਿਹੋ ਜਿਹੀ ਚੀਜ਼ ਅਸੀਂ ਮੰਗਦੇ ਹਾਂ, ਚੰਗੀ ਮੰਗ ਲਈਏ, ਮਾੜੀ ਮੰਗ ਲਈਏ, ਬਹੁਤੀ ਮੰਗ ਲਈਏ, ਥੋੜ੍ਹੀ ਮੰਗ ਲਈਏ, ਲੰਮੇ ਸਮੇਂ ਵਾਸਤੇ ਮੰਗ ਲਈਏ ਜਾਂ ਥੋੜ੍ਹੇ ਸਮੇਂ ਵਾਸਤੇ ਮੰਗ ਲਈਏ, ਜੈਸੀ ਆਸਾ ਤੈਸੀ ਮਨਸਾ। ਜਿਸ ਤਰ੍ਹਾਂ ਦੀ ਆਸਾ ਲੈ ਕੇ ਆਵੇਂਗਾ, ਪਰਮਾਤਮਾ ਤੇਰੀ ਉਸੇ ਤਰ੍ਹਾਂ ਦੀ ਆਸਾ ਪੂਰੀ ਕਰਦਾ ਹੈ, ਉਹੀ ਦਾਤ ਤੈਨੂੰ ਦਿੰਦਾ ਹੈ। ਪੂਰ ਰਹਿਆ ਪਰ ਪੂਰੇ। ਉਹ ਪ੍ਰਮਾਤਮਾ ਸਦਾ ਵਾਸਤੇ ਸਾਰਿਆਂ ਥਾਵਾਂ ਤੇ ਭਰੀਪੂਰਨ ਹੋ ਰਿਹਾ ਹੈ। ਪੂਰ ਰਹਿਆ, ਉਹ ਪ੍ਰਮਾਤਮਾ ਸਾਰਿਆਂ ਥਾਵਾਂ ਤੇ ਪਰਿਪੂਰਨ ਹੋ ਰਿਹਾ ਹੈ। ਕੋਈ ਇਹੋ ਜਿਹੀ ਜਗ੍ਹਾ ਨਹੀਂ ਹੈ ਜਿੱਥੇ ਉਹ ਪ੍ਰਮਾਤਮਾ ਨਹੀਂ ਹੈ। ਹਰ ਕੀ ਨਾਰ ਸੋ ਸਰਬ ਸੁਹਾਗਣ। ਮਹਾਰਾਜ ਕਹਿਣ ਲੱਗੇ ਜਿਹੜੀ ਹਰੀ ਦੀ ਨਾਰ ਬਣੀ ਹੈ, ਨਾਰ ਨਾਮ ਹੈ ਇਸਤਰੀ ਦਾ, ਜੋ ਪ੍ਰਮਾਤਮਾ ਦੀ ਇਸਤਰੀ ਬਣੀ ਹੈ, ਉਹ ਸਦਾ ਵਾਸਤੇ ਸੁਹਾਗਣ ਹੈ। ਉਹਦਾ ਕਾਰਨ ਕੀ ਹੈ ਕਿ ਉਹ ਪਤੀ ਪ੍ਰਮਾਤਮਾ ਕਦੇ ਮਰਦਾ ਹੀ ਨਹੀਂ ਹੈ। ਜਦੋਂ ਪ੍ਰਮਾਤਮਾ ਪਤੀ ਮਰੇਗਾ ਹੀ ਨਹੀਂ, ਤੇ ਫਿਰ ਜੀਵ ਇਸਤਰੀ ਸਦਾ ਸੁਹਾਗਣ ਰਹਿੰਦੀ ਹੈ। ਇਹ ਦੁਨੀਆ ਦੇ ਪਤੀ ਇਹ ਵੀ ਮਰ ਜਾਣ, ਪਤਨੀ ਵੀ ਮਰ ਜਾਣੀ, ਦੁਨੀਆ ਦੇ ਰਿਸ਼ਤੇ ਤੇ ਅੱਜ ਨਹੀਂ ਤੇ ਕੱਲ੍ਹ ਮੁੱਕ ਜਾਣੇ ਨੇ। ਕੁਝ ਸਮੇਂ ਵਾਸਤੇ ਸਾਡਾ ਮੇਲ ਹੈ, ਕੋਈ 20 ਸਾਲ, ਕੋਈ 30 ਸਾਲ, ਕੋਈ 40, ਕੋਈ 50 ਸਾਲ। ਉਦੋਂ ਮਗਰੋਂ ਨਾ ਪਤੀ ਰਹਿਣਾ ਨਾ ਪਤਨੀ ਰਹਿਣੀ, ਦੋਨਾਂ ਨੇ ਨਹੀਂ ਰਹਿਣਾ, ਇੱਕ ਦੂਜੇ ਨੂੰ ਛੱਡ ਕੇ ਚਲੇ ਜਾਣਾ ਹੈ। ਸੋ ਉਹ ਜਿਹੜਾ ਪ੍ਰਮਾਤਮਾ ਹੈ, ਉਹ ਭਾਈ ਸਦਾ ਹੀ ਰਹਿਣ ਵਾਲਾ ਹੈ। ਜਿਹਨੇ ਉਹਨੂੰ ਆਪਣਾ ਬਣਾ ਲਿਆ ਨਾ, ਉਹ ਫਿਰ ਕਦੇ ਵੀ ਉਹਦੇ ਸਾਥ ਤੋਂ ਪਰੇ ਨਹੀਂ ਹੁੰਦਾ ਹੈ। ਮਹਾਰਾਜ ਕਹਿਣ ਲੱਗੇ ਹਰ ਕੀ ਨਾਰ ਸੋ ਸਰਬ ਸੁਹਾਗਣ। ਜੋ ਪ੍ਰਮਾਤਮਾ ਦੀ ਨਾਰ ਬਣ ਗਈ ਨਾ, ਪ੍ਰਮਾਤਮਾ ਨੂੰ ਪਤੀ ਜਿਹਨੇ ਬਣਾ ਲਿਆ, ਉਹ ਸਦਾ ਵਾਸਤੇ ਹੀ ਸੁਹਾਗਣ ਹੈ, ਸਦਾ ਵਾਸਤੇ ਉਸ ਪਤੀ ਵਾਲੀ ਹੈ। ਰਾਂਡ ਨਾ ਮੈਲੇ ਵੇਸੇ। ਪਰ ਕਹਿਣ ਲੱਗੇ ਜਿਹੜੀ ਰਾਂਡ ਹੈ, ਰਾਂਡ ਤੋਂ ਭਾਵ ਰੰਡੀ ਜਿਹੜੀ ਛੱਡੀ ਹੋਈ ਵਿਧਵਾ ਹੈ, ਸਤਿਗੁਰੂ ਪਾਤਸ਼ਾਹ ਕਹਿਣ ਲੱਗੇ ਉਹ ਜਿਹੜੀ ਵਿਧਵਾ ਹੈ, ਉਹਦਾ ਵਿਕਾਰਾਂ ਕਰਕੇ ਵੇਸ ਮੈਲਾ ਹੋ ਗਿਆ ਹੈ। ਉਹਦਾ ਮਨ ਕਾਮ ਕਰਕੇ, ਕ੍ਰੋਧ ਕਰਕੇ, ਲੋਭ ਕਰਕੇ, ਮੋਹ ਤੇ ਹੰਕਾਰ ਕਰਕੇ, ਇਹਨਾਂ ਵਿਕਾਰਾਂ ਕਰਕੇ ਉਹਦਾ ਮਨ ਮੈਲਾ ਹੋ ਗਿਆ ਹੈ। ਐਸੇ ਮੈਲੇ ਵੇਸ ਵਾਲੀ ਜਿਹੜੀ ਹੈ, ਉਹ ਪ੍ਰਮਾਤਮਾ ਨੂੰ ਪ੍ਰਾਪਤ ਨਹੀਂ ਕਰਦੀ ਹੈ। ਨਾਨਕ ਮੈਂ ਵਰ ਸਾਚਾ ਭਾਵਾ। ਗੁਰੂ ਨਾਨਕ ਦੇ ਪਾਤਸ਼ਾਹ ਕਹਿਣ ਲੱਗੇ ਸਾਨੂੰ ਉਹ ਜਿਹੜਾ ਪਤੀ ਪ੍ਰਮਾਤਮਾ ਹੈ, ਉਹ ਸੱਚਿਆ ਹੈ ਤੇ ਉਹੀ ਵਰ ਪਾਉਂਦਾ ਹੈ। ਵਰ ਨਾਮ ਪਤੀ ਦਾ, ਜੋ ਪ੍ਰਮਾਤਮਾ ਪਤੀ ਹੈ, ਉਹ ਹਮੇਸ਼ਾ ਸੱਚਾ ਹੈ। ਉਹ ਸਾਨੂੰ ਪਾਉਂਦਾ ਹੈ, ਸਾਨੂੰ ਚੰਗਾ ਲੱਗਦਾ ਹੈ। ਜੁਗ ਜੁਗ ਪ੍ਰੀਤਮ ਤੈਸੇ। ਉਹ ਪ੍ਰਮਾਤਮਾ ਜੁਗਾਂ ਜੁਗਾਂ ਤੋਂ ਹੀ ਸਾਰਿਆਂ ਦਾ ਮਾਲਕ ਹੈ, ਸਾਰਿਆਂ ਦਾ ਪਿਆਰਾ ਹੈ। ਜਿਹੜਾ ਸਾਰਿਆਂ ਦਾ ਪਿਆਰਾ ਹੈ, ਉਹ ਪ੍ਰਮਾਤਮਾ ਕਹਿ ਲਈਏ ਸਾਨੂੰ ਪਾਉਂਦਾ ਹੈ, ਚੰਗਾ ਲੱਗਦਾ ਹੈ, ਉਸ ਦੀ ਅਸੀਂ ਪ੍ਰਾਪਤੀ ਕਰਨੀ ਚਾਹੁੰਦੇ ਹਾਂ। ਬਾਬਾ ਲਗਨ ਗਣਾਏ ਹਉ ਵੀ ਵੰਜਾਂ ਸੋਰੇ ਬਲਰਾਮ ਜੀਓ। ਸਤਿਗੁਰੂ ਪਾਤਸ਼ਾਹ ਕਹਿਣ ਲੱਗੇ ਬਾਬਾ ਤੋਂ ਭਾਵ ਹੈ ਐ ਸਤਿਗੁਰੂ ਜੀ ਸਾਡੇ ਤੇ ਕਿਰਪਾ ਕਰੋ। ਲਗਨ ਗਨਾਏ, ਸੋ ਜਿਹੜਾ ਪ੍ਰਮਾਤਮਾ ਦੇ ਨਾਮ ਨੂੰ ਜਪਣਾ ਹੈ, ਬੰਦਗੀ ਕਰਨੀ ਹੈ,
ਕਹਿਣ ਲੱਗੇ ਇਹੋ ਹੀ ਲਗਨ ਕੱਢਣਾ ਹੈ। ਹਿੰਦੂ ਮਤ ਦੇ ਮੁਤਾਬਕ ਪਹਿਲਾਂ ਲਗਨ ਕੱਢਿਆ ਜਾਂਦਾ, ਫਿਰ ਸਾਹਾ ਕੱਢਿਆ ਜਾਂਦਾ, ਕੁੰਡਲੀ ਮਿਲਾਈ ਜਾਂਦੀ ਹੈ, ਫਿਰ ਜਾ ਕੇ ਉਹ ਜਿਹੜਾ ਹੈ ਵਿਆਹ ਸੰਪੂਰਨ ਹੁੰਦਾ ਹੈ। ਮਹਾਰਾਜ ਕਹਿੰਦੇ ਕਿ ਲਗਨ ਗੁਨਾਏ, ਜਿਹੜਾ ਪਰਮਾਤਮਾ ਦੀ ਲਗਨ ਲੱਗਣੀ ਹੈ ਨਾ, ਮੰਨ ਲਓ ਸਾਡਾ ਜੀ ਕਰਨ ਲੱਗ ਪਵੇ ਵੀ ਅੱਜ ਮੈਂ ਬਾਣੀ ਪੜ੍ਹੀ ਨਹੀਂ, ਹੁਣੇ ਹੀ ਪੜ੍ਹ ਲਵਾਂ, ਲਗਨ ਲੱਗ ਗਈ ਨਾ ਇੱਕ ਚੀਜ਼ ਦੀ। ਜਿੰਨਾ ਚਿਰ ਬਾਣੀ ਪੜ੍ਹਦੇ ਨਹੀਂ, ਵਾਰ-ਵਾਰ ਖਿਆਲ ਆਈ ਜਾਣਾ ਅੱਜ ਨਿਤਨੇਮ ਨਹੀਂ ਹੋਇਆ ਹੁਣ ਕਰ ਲਵਾਂ, ਅੱਜ ਨਾਮ ਨਹੀਂ ਜਪਿਆ ਜਪ ਲਵਾਂ। ਇਹ ਜਿਹੜੀ ਲਗਨ ਲੱਗਣੀ ਹੈ, ਇਹੋ ਹੀ ਕਹਿਣ ਲੱਗੇ ਕਿ ਜਿਹੜਾ ਹੈ ਉਹ ਲਗਨ ਕੱਢਣਾ ਹੈ, ਉਹ ਸਾਹਾ ਕੱਢਣਾ ਹੈ। ਲਗਨ ਉਹੀ ਕੱਢਿਆ ਗਿਆ ਹੈ ਜਿਹੜੀ ਪਰਮਾਤਮਾ ਦੀ ਲਗਨ ਲੱਗਣੀ ਹੈ। ਜੇ ਲਗਨ ਹੀ ਨਹੀਂ ਲੱਗੀ, ਪਰਮਾਤਮਾ ਦਾ ਨਾਮ ਜਪਣ ਦਾ ਚੇਤਾ ਹੀ ਨਹੀਂ ਕਦੇ ਆਇਆ, ਕਦੇ ਜਪ ਲਿਆ ਕਦੇ ਨਾ ਜਪ ਲਿਆ, ਕਦੇ ਪਰਮਾਤਮਾ ਦੇ ਨਾਮ ਦੇ ਨਾਲ ਪ੍ਰੇਮ ਹੀ ਨਹੀਂ ਕੀਤਾ, ਜਿਹੜੀ ਇਹ ਲਗਨ ਨਹੀਂ ਲੱਗੀ ਇਹ ਮਾੜੇ ਭਾਗਾਂ ਦੀ ਨਿਸ਼ਾਨੀ ਹੈ। ਪਰ ਜਿਨ੍ਹਾਂ ਨੂੰ ਲਗਨ ਲੱਗ ਗਈ ਹੈ ਨਾ, ਮਹਾਰਾਜ ਕਹਿਣ ਲੱਗੇ ਇਹੋ ਹੀ ਉਹਨਾਂ ਨੇ ਲਗਨ ਕੱਢਿਆ ਹੈ। ਹਮ ਭੀ ਵੰਜਾ, ਮੈਂ ਭੀ ਜਾਣਾ ਹੈ। ਕਿੱਥੇ ਜਾਣਾ ਹੈ? ਸਹੁਰੇ, ਪਰਲੋਕ ਰੂਪੀ ਸਹੁਰੇ ਘਰ ਦੇ ਵਿੱਚ। ਇਸ ਕਰਕੇ ਬਲਰਾਮ ਜੀਓ, ਜਿਹੜਾ ਰਾਮ ਰਮਿਆ ਹੋਇਆ ਪਰਮਾਤਮਾ ਹੈ, ਉਹਦੇ ਤੋਂ ਬਲ ਕਹੀਏ ਬਲਿਹਾਰ ਜਾਣਾ ਕਰੀਏ, ਉਹਦੇ ਤੋਂ ਸਦਕੇ ਜਾਣਾ ਕਰੀਏ। ਕਿਹਦੇ ਤੋਂ ਸਦਕੇ ਜਾਈਏ? ਜੋ ਪਰਮਾਤਮਾ ਹੈ ਉਹਦੇ ਵਿੱਚ ਜਿਹੜੀ ਲਗਨ ਲਗਾਈ ਹੈ, ਇਹੋ ਹੀ ਲਗਨ ਕੱਢਿਆ ਹੈ। ਇਹ ਲਗਨ ਕੱਢ ਕੇ ਉਸ ਦੀ ਪ੍ਰਾਪਤੀ ਵਾਲੇ ਬਣੇ। ਹਾਂ ਸਾਹਾ ਹੁਕਮ ਰਜਾਏ ਸੋ ਨਾ ਟਲੈ। ਮਹਾਰਾਜ ਕਹਿਣ ਲੱਗੇ ਜੋ ਰਜਾਏ, ਰਜਾ ਦੇ ਦੇਣ ਵਾਲਾ ਪਰਮਾਤਮਾ ਹੈ ਨਾ, ਉਹਦਾ ਜਿਹੜਾ ਹੁਕਮ ਮੰਨਣਾ ਇਹੋ ਹੀ ਸਾਹਾ ਕੱਢਣਾ ਹੈ। ਹਿੰਦੂ ਮਤ ਵਿੱਚ ਸਾਹਾ ਕੱਢਿਆ ਜਾਂਦਾ ਹੈ, ਫਿਰ ਜਾ ਕੇ ਵਿਆਹ ਮੁਕੰਮਲ ਹੁੰਦਾ ਹੈ। ਸਤਿਗੁਰੂ ਪਾਤਸ਼ਾਹ ਕਹਿਣ ਲੱਗੇ ਰਜਾ ਵਿੱਚ ਰਹਿਣਾ, ਪਰਮਾਤਮਾ ਦੇ ਹੁਕਮ ਵਿੱਚ ਰਹਿਣਾ, ਗੁਰਮੁਖਾ ਇਹੋ ਹੀ ਸਾਹਾ ਕੱਢਣਾ ਹੈ। ਇਹਦੇ ਬਿਨਾ ਹੋਰ ਕੋਈ ਸਾਹਾ ਨਹੀਂ ਹੈ। ਜੇ ਤੂੰ ਉਹਦੇ ਹੁਕਮ ਵਿੱਚ ਨਹੀਂ ਰਿਹਾ, ਫਿਰ ਤੇਰਾ ਉਹਦੇ ਨਾਲ ਮੇਲ ਕਿਵੇਂ ਹੋਵੇਗਾ? ਜਿਵੇਂ ਸਾਹਾ ਸੋਧੇ ਤੋਂ ਬਿਨਾ ਹਿੰਦੂ ਮਤ ਵਿੱਚ ਵਿਆਹ ਨਹੀਂ ਹੁੰਦਾ, ਲੜਕੀ ਨੂੰ ਪਤੀ ਨਹੀਂ ਮਿਲਦਾ ਹੈ, ਸਾਹਾ ਸੋਧਿਆ ਜਾਏਗਾ ਫਿਰ ਇੱਕ ਲੜਕੀ ਨੂੰ ਪਤੀ ਮਿਲਦਾ ਹੈ। ਇਸੇ ਤਰ੍ਹਾਂ ਇਸ ਦੁਨੀਆ ਵਿੱਚ ਜਿੰਨਾ ਚਿਰ ਪਰਮਾਤਮਾ ਦੇ ਹੁਕਮ ਨੂੰ ਨਹੀਂ ਬੁੱਝਦਾ, ਇਹ ਹੁਕਮ ਬੁੱਝਣਾ ਹੀ ਸਾਹਾ ਕੱਢਣਾ ਹੈ। ਹੁਕਮ ਤੇ ਪਰਮਾਤਮਾ ਦਾ ਬੁੱਝਿਆ ਨਹੀਂ, ਜਾਣਿਆ ਨਹੀਂ, ਤੇ ਆਖਦਾ ਮੈਨੂੰ ਪਤੀ ਪਰਮਾਤਮਾ ਮਿਲ ਜਾਵੇ, ਤੇ ਮਿਲੇ ਕਿਵੇਂ? ਪਤੀ ਉਹਨਾਂ ਚਿਰ ਨਹੀਂ ਮਿਲੇਗਾ ਜਿੰਨਾ ਚਿਰ ਸਾਹਾ ਨਹੀਂ ਕੱਢਿਆ ਗਿਆ ਹੈ। ਸਾਹਾ ਨਿਕਲਿਆ ਹੈ, ਸਾਹਾ ਸੋਧਿਆ ਹੈ, ਫਿਰ ਪਤੀ ਮਿਲਿਆ ਹੈ। ਇਸੇ ਤਰ੍ਹਾਂ ਇਸ ਦੁਨੀਆ ਦੇ ਵਿੱਚ ਜਿੰਨਾ ਚਿਰ ਤੂੰ ਰੱਬ ਦਾ ਹੁਕਮ ਨਹੀਂ ਮੰਨਦਾ ਹੈ, ਉਹਨਾਂ ਚਿਰ ਤੈਨੂੰ ਉਹ ਪਤੀ ਮਿਲਣਾ ਨਹੀਂ ਹੈ। ਉਹਦਾ ਹੁਕਮ ਮੰਨਣਾ ਹੀ ਉਹਦਾ ਸਾਹਾ ਕੱਢਣਾ ਹੈ। ਜਿਨ੍ਹਾਂ ਨੇ ਉਹਦੇ ਹੁਕਮ ਨੂੰ ਮੰਨਿਆ ਹੈ ਉਹਨਾਂ ਨੂੰ ਉਹ ਪਤੀ ਪਰਮਾਤਮਾ ਮਿਲਿਆ ਹੈ, ਪਰ ਜਿਨ੍ਹਾਂ ਨੇ ਹੁਕਮ ਨਹੀਂ ਮੰਨਿਆ ਉਹਨਾਂ ਨੂੰ ਉਹ ਪ੍ਰਾਪਤ ਨਹੀਂ ਹੁੰਦਾ ਹੈ। ਸਾਹਾ ਹੁਕਮ ਰਜਾਏ ਸੋ ਨਾ ਟਲੈ, ਜੋ ਪ੍ਰਭ ਕਰੈ ਬਲਰਾਮ ਜੀਓ। ਸਤਿਗੁਰੂ ਪਾਤਸ਼ਾਹ ਕਹਿਣ ਲੱਗੇ ਪਰਮਾਤਮਾ ਜੋ ਕਰਦਾ ਨਾ ਉਹ ਕਦੇ ਟਾਲਿਆ ਨਹੀਂ ਜਾ ਸਕਦਾ ਹੈ। ਦੁਨੀਆ ਵਿੱਚ ਕੋਈ ਇਸ ਤਰ੍ਹਾਂ ਦੀ ਤਾਕਤ ਨਹੀਂ ਹੈ, ਨਾ ਕੋਈ ਜੰਤਰ ਹੈ, ਨਾ ਕੋਈ ਮੰਤਰ ਹੈ, ਨਾ ਕੋਈ ਤਾਂਤਰਿਕ ਹੈ, ਨਾ ਕੋਈ ਜੋਤਸ਼ੀ ਹੈ ਜਿਹੜਾ ਪਰਮਾਤਮਾ ਦੇ ਕੀਤੇ ਨੂੰ ਟਾਲ ਦੇਵੇ। ਪਰਮਾਤਮਾ ਦਾ ਕੀਤਾ ਕਰਮ, ਲਿਖਿਆ ਕਰਮ ਕੋਈ ਟਾਲ ਨਹੀਂ ਸਕਦਾ, ਕੋਈ ਮੋੜ ਨਹੀਂ ਸਕਦਾ ਹੈ। ਉਹ ਭੋਗਣਾ ਹੀ ਪੈਂਦਾ ਹੈ। ਗੁਰੂ ਕਿਰਪਾ ਕਰ ਦੇਵੇ ਤਾਂ ਉਹ ਕਰਮ ਟਾਲਿਆ ਜਾ ਸਕਦਾ ਹੈ। ਆਪਾਂ ਪਿੱਛੇ ਇੱਕ ਸਾਖੀ ਸਰਵਣ ਕੀਤੀ ਨਾ, ਇੱਕ ਸਲਾਰਦੀਨ ਨਾਮ ਦਾ ਕਾਜੀ ਆਇਆ ਨਾ ਮਹਾਰਾਜ ਦੇ ਕੋਲ, ਆ ਕੇ ਕਹਿੰਦਾ ਵੀ ਸਤਿਗੁਰੂ ਗ੍ਰੰਥ ਇਹ ਗੱਲ ਕਹਿੰਦੇ ਜੋ ਕਰਮਾਂ 'ਚ ਲਿਖਿਆ ਹੋਵੇ ਉਹ ਭੋਗਣਾ ਪੈਂਦਾ ਹੈ, ਫਿਰ ਤੁਹਾਨੂੰ ਮੱਥਾ ਟੇਕਣ ਦਾ ਫਾਇਦਾ ਕੀ ਹੈ, ਤੁਹਾਡੇ ਅੱਗੇ ਅਰਦਾਸ ਕਰਨ ਦਾ ਫਾਇਦਾ ਕੀ ਹੈ? ਤੇ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਕਹਿਣ ਲੱਗੇ, ਕਹਿੰਦੇ ਕਾਜੀ ਬਚਨ ਇਹ ਹੈ ਕਿ ਉਹ ਜੋ ਪਰਮਾਤਮਾ ਨੇ ਲੇਖ ਲਿਖੇ ਨੇ ਉਹ ਭੋਗਣੇ ਪੈਂਦੇ। ਬਿਲਕੁਲ ਤੇਰੀ ਗੱਲ ਠੀਕ ਹੈ, ਪਰ ਗੁਰੂ ਇੱਕ ਇਸ ਤਰ੍ਹਾਂ ਦਾ ਹੈ ਜਿਵੇਂ ਮੋਹਰ 'ਤੇ ਲਿਖੇ ਹੋਏ ਅੱਖਰ ਪੜ੍ਹੇ ਨਹੀਂ ਜਾ ਸਕਦੇ। ਮਹਾਰਾਜ ਨੇ ਮੋਹਰ ਮੰਗਾਈ ਨਾ ਖਜ਼ਾਨੇ ਵਿੱਚੋਂ, ਕਹਿਣ ਲੱਗੇ ਲਓ ਕਾਜੀ ਸਾਹਿਬ ਮੋਹਰ 'ਤੇ ਕੀ ਲਿਖਿਆ ਪੜ੍ਹ ਕੇ ਸੁਣਾਓ। ਕਾਜੀ ਨੇ ਬੜਾ ਯਤਨ ਕੀਤਾ ਪਰ ਮੋਹਰ ਦੇ ਅੱਖਰ ਪੁੱਠੇ ਹੁੰਦੇ, ਉਲਟੇ ਹੁੰਦੇ, ਪੜ੍ਹ ਨਹੀਂ ਸਕਿਆ। ਮਹਾਰਾਜ ਅੱਖਰ ਉਲਟੇ ਪੜ੍ਹਨੇ ਨਹੀਂ ਆਉਂਦੇ। ਸਤਿਗੁਰਾਂ ਨੇ ਉਹ ਮੋਹਰ ਜਦੋਂ ਕਾਗਜ਼ 'ਤੇ ਲਾਈ ਤੇ ਕਾਜੀ ਨੇ ਝੱਟ ਹੀ ਪੜ੍ਹ ਦਿੱਤਾ। ਸਤਿਗੁਰੂ ਕਹਿਣ ਲੱਗੇ ਅਸੀਂ ਅੱਖਰ ਨਹੀਂ ਬਦਲੇ, ਅੱਖਰ ਉਹੀ ਨੇ ਜਿਹੜੇ ਮੋਹਰ 'ਤੇ ਲਿਖੇ ਨੇ, ਪਰ ਉਹ ਉਲਟੇ ਅੱਖਰ ਕਾਗਜ਼ 'ਤੇ ਸਿੱਧੇ ਹੋ ਗਏ, ਪੜ੍ਹਨੇ ਸੌਖੇ ਹੋ ਗਏ।
ਇਸੇ ਤਰ੍ਹਾਂ ਅਸੀਂ ਸਿੱਖ ਦੇ ਮਾੜੇ ਕਰਮਾਂ ਨੂੰ ਬਦਲ ਕੇ ਸਿੱਧੇ ਕਰਮਾਂ ਵਿੱਚ ਤਬਦੀਲ ਕਰ ਦਿੰਦੇ ਹਾਂ। ਇਹ ਹੈ ਅਰਦਾਸ ਕਰਨ ਦਾ ਫਾਇਦਾ, ਇਹ ਹੈ ਮੱਥਾ ਟੇਕਣ ਦਾ ਫਾਇਦਾ। ਜੇ ਕੋਈ ਮਾੜੇ ਕਰਮ ਲਿਖਾ ਕੇ, ਮਾੜੇ ਕਰਮ ਲਿਖੇ ਨੇ, ਦੁੱਖ ਮਿਲਦਾ ਪਿਆ ਹੈ, ਬਿਪਤਾ ਪਈ ਹੋਈ ਹੈ, ਉਹ ਸੰਗਤ ਵਿੱਚ ਆ ਕੇ ਗੁਰੂ ਦੇ ਅੱਗੇ ਮੱਥਾ ਟੇਕਦਾ ਹੈ, ਉਹਦੇ ਮਾੜੇ ਕਰਮ ਬਦਲ ਕੇ ਸਿੱਧੇ ਹੋ ਜਾਂਦੇ। ਗੁਰੂ ਮਾੜੇ ਕਰਮਾਂ ਨੂੰ ਸਿੱਧੇ ਕਰ ਦਿੰਦਾ ਹੈ। ਐਸੀ ਗੁਰੂ ਦੀ ਸਮਰੱਥਾ ਹੈ। ਪਰ ਮਹਾਰਾਜ ਕਹਿਣ ਲੱਗੇ, ਗੁਰੂ ਤੋਂ ਬਿਨਾਂ ਲਿਖਿਆ ਹੋਇਆ ਕਰਮ ਦੁਨੀਆ ਵਿੱਚ ਨਾ ਕੋਈ ਮੇਟ ਸਕਦਾ ਹੈ, ਨਾ ਕੋਈ ਮੋੜ ਸਕਦਾ ਹੈ। ਇੱਥੇ ਤੇ ਕਰਮ ਵੱਡੇ ਵੱਡੇ ਦੇਵਤਿਆਂ ਨੂੰ ਭੋਗਣੇ ਪਏ, ਤੇ ਜਦੋਂ ਉਹ ਕਰਮ ਦੇਵਤਿਆਂ ਨੂੰ ਭੋਗਣਾ ਪਵੇਗਾ ਤੇ ਫਿਰ ਮਨੁੱਖ ਨੂੰ ਕਿਉਂ ਨਹੀਂ ਭੋਗਣਾ ਪਵੇਗਾ। ਇਹ ਜਿੰਨੇ ਵੀ ਮੰਤਰ ਦੱਸਦੇ ਨਾ ਜੋਤਸ਼ੀ ਆਪਾਂ ਨੂੰ, ਇਹ ਸਾਰੇ ਦੇਵਤਿਆਂ ਦੇ ਮੰਤਰ ਨੇ। ਆਹ ਮੰਤਰ ਪੜ੍ਹ ਕੇ ਆਹ ਫਲਾਣੀ ਚੀਜ਼ ਨੂੰ ਜਲ ਪ੍ਰਵਾਹ ਕਰ ਦੇ, ਆਹ ਚੀਜ਼ ਨੂੰ ਚੌਂਕ ਦੇ ਵਿੱਚ ਰੱਖ ਕੇ ਆ, ਇਸ ਤਰ੍ਹਾਂ ਤੂੰ ਰਾਤ ਨੂੰ ਮੰਤਰ ਪੜ੍ਹ ਕੇ ਫਲਾਣੀ ਥਾਂ 'ਤੇ ਬੈਠ ਕੇ ਇਸ਼ਨਾਨ ਕਰ ਲਾ, ਨਹਾ ਲੈਣਾ ਕਰ। ਇਹ ਸਾਰੇ ਦੇਵਤਿਆਂ ਦੇ ਮੰਤਰ ਲਿਖੇ ਹੋਏ। ਪਰ ਮਹਾਰਾਜ ਕਹਿੰਦੇ ਕਰਮਾਂ ਤੋਂ ਤੇ ਦੇਵਤੇ ਨਹੀਂ ਬਚੇ, ਕਰਮ ਤੇ ਉਹਨਾਂ ਨੂੰ ਵੀ ਭੋਗਣੇ ਪਏ। ਰੋਵੈ ਰਾਮ ਨਿਕਾਲਾ ਭਇਆ, ਸੀਤਾ ਲਖਮਣ ਵਿਛੜ ਗਿਆ। ਇੱਥੇ ਤੇ ਅਵਤਾਰ ਦੁਨੀਆ ਦੇ ਦੇਵਤੇ ਰੋਂਦੇ ਪਏ, ਕਰਮਾਂ ਨੂੰ ਭੋਗਦੇ ਪਏ, ਤੇ ਫਿਰ ਉਹਨਾਂ ਦੇਵਤਿਆਂ ਦਾ ਪੜ੍ਹਿਆ ਮੰਤਰ ਤੈਨੂੰ ਕਿਵੇਂ ਕਰਮਾਂ ਤੋਂ ਬਾਹਰ ਕਰੇਗਾ। ਦੁਨੀਆ ਵਿੱਚ ਕੋਈ ਕਰਮਾਂ ਤੋਂ ਬਾਹਰ ਨਾ ਕੋਈ ਜੋਤਸ਼ੀ, ਨਾ ਕੋਈ ਤਾਂਤਰਿਕ ਮੰਤਰ ਪੜ੍ਹਨ ਵਾਲਾ ਨਹੀਂ ਕਰ ਸਕਦਾ। ਕਰਮ ਭੋਗਣਾ ਪੈਂਦਾ ਹੈ, ਪਰ ਕੇਵਲ ਇੱਕ ਗੁਰੂ ਐਸਾ ਹੈ ਜਿਹੜਾ ਕਰਮ ਨੂੰ ਬਦਲ ਸਕਦਾ ਹੈ। ਮਹਾਰਾਜ ਕਹਿਣ ਲੱਗੇ, ਸਾਹਾ ਹੁਕਮ ਰਜਾਏ ਸੋ ਨਾ ਟਲੈ। ਜਿਹੜਾ ਪ੍ਰਮਾਤਮਾ ਨੇ ਲਿਖਿਆ ਹੈ ਨਾ ਕਰਮ, ਉਹ ਟਲਦਾ ਨਹੀਂ। ਹਾਂ, ਗੁਰੂ ਕਿਰਪਾ ਕਰੇ ਫਿਰ ਬਦਲ ਸਕਦਾ ਹੈ। ਜੋ ਪ੍ਰਭ ਕਰੇ ਬਲਰਾਮ ਜੀਓ, ਜੋ ਪ੍ਰਮਾਤਮਾ ਕਰਦਾ ਮੈਨੂੰ ਉਹ ਭਾਉਂਦਾ ਹੈ, ਮੈਂ ਉਹ ਤੋਂ ਬਲਿਹਾਰ ਜਾਂਦਾ ਹਾਂ। ਕਿਰਤ ਪਿਆ ਕਰਤੇ ਕਰ ਪਾਇਆ। ਉਸ ਕਰਤੇ ਅਕਾਲ ਪੁਰਖ ਨੇ ਸਾਰੇ ਜੀਵਾਂ ਦੇ ਮੱਥੇ ਤੇ ਕਿਰਤ ਕਹੀਏ ਲੇਖ ਲਿਖਿਆ ਹੋਇਆ। ਆਪਾਂ ਜਿੰਨੇ ਵੀ ਬੈਠੇ ਹਨ, ਜਾਂ ਜਿੰਨੀ ਵੀ ਦੁਨੀਆ ਪੈਦਾ ਹੋਈ ਹੈ, ਭਾਵੇਂ ਉਹ ਪਸ਼ੂ ਹੈ, ਪੰਛੀ ਹੈ ਤੇ ਮਨੁੱਖ ਹੈ, ਭਾਵੇਂ ਕੋਈ ਕੀੜਾ ਮਕੌੜਾ ਹੈ, ਸਾਰਿਆਂ ਦਾ ਕਰਮ ਪਰਮਾਤਮਾ ਨੇ ਲਿਖਿਆ ਹੈ। ਆਪੋ ਆਪਣਾ ਕਰਮ ਸਾਰਿਆਂ ਕੋਲ ਹੀ ਹੈ। ਉਹ ਪਰਮਾਤਮਾ ਹਰੇਕ ਦੇ ਲੇਖ ਮੱਥੇ ਤੇ ਲਿਖਦਾ ਹੈ। ਆਪਣੇ ਕਰਮਾਂ ਮੁਤਾਬਕ ਇਹ ਜੀਵ ਭੋਗਦੇ ਹਨ। ਏਡਾ ਸਕਾ ਕੋਈ, ਪਰ ਕਿਸੇ ਦਾ ਕਰਮ ਕੋਈ ਦੂਜਾ ਬੰਦਾ ਮੇਟ ਨਹੀਂ ਸਕਦਾ। ਸਿਆਣਿਆਂ ਦਾ ਕਥਨ ਹੈ, ਮੂੰਹ ਦੀ ਬੁਰਕੀ ਤੇ ਕੱਢੀ ਜਾ ਸਕਦੀ ਹੈ, ਪਰ ਮੱਥੇ ਦਾ ਲੇਖ ਨਹੀਂ ਮਿਟਿਆ ਜਾ ਸਕਦਾ। ਦੁਨੀਆ ਵਿੱਚ ਕੋਈ ਬੰਦਾ ਜਿੰਨਾ ਮਰਜ਼ੀ ਯਤਨ ਕਰ ਲਵੇ, ਤੁਹਾਡੇ ਲੇਖ ਨੂੰ ਮੇਟ ਕੋਈ ਨਹੀਂ ਸਕਦਾ। ਇਹ ਸਾਡੇ ਮਨ ਵਿੱਚ ਭਰਮ ਹੈ ਕਿ ਫਲਾਣੇ ਬੰਦੇ ਨੇ ਟੂਣਾ ਕਰ ਦਿੱਤਾ, ਉਹਨੇ ਮੇਰੇ ਤੇ ਮੰਤਰ ਪੜ੍ਹ ਦਿੱਤਾ, ਮੇਰਾ ਤੇ ਕੰਮ ਬੰਦ ਹੋ ਗਿਆ, ਮੇਰਾ ਤੇ ਰੁਜ਼ਗਾਰ ਨਹੀਂ ਚੱਲਦਾ ਹੈ। ਇੱਕ ਮਨ ਦਾ ਭਰਮ ਹੈ। ਲਿਖਿਆ ਹੋਇਆ ਤੇਰੇ ਹਿੱਸੇ ਦਾ ਕੋਈ ਮੇਟ ਨਹੀਂ ਸਕਦਾ ਹੈ। ਸਾਡੇ ਦੇਸ਼ ਵਿੱਚ ਬਹੁਤ ਜ਼ਿਆਦਾ ਅੰਧ ਵਿਸ਼ਵਾਸ ਹੈ, ਔਰ ਜਿਹੜੇ ਟੀਵੀ ਚੈਨਲ ਨੇ ਨਾ, ਉਹਨਾਂ ਦੀ ਬੜੀ ਭਰਮਾਰ ਹੈ ਅੰਧ ਵਿਸ਼ਵਾਸ ਫੈਲਾਉਣ ਦੇ ਵਿੱਚ। ਨੇਪਾਲ ਵਰਗੇ ਦੇਸ਼ਾਂ ਨੇ ਸਾਡੇ ਦੇਸ਼ ਦੇ ਕਈ ਚੈਨਲ ਬੰਦ ਹੀ ਕਰਵਾ ਦਿੱਤੇ, ਬੈਨ ਹੀ ਕਰ ਦਿੱਤੇ ਵੀ ਇਹ ਚੈਨਲ